ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਇੱਥੇ ਵਿਕਟੋਰੀਆ ਪਲੇਸ ਬਰਮਿੰਘਮ ਸਿਟੀ ਸੈਂਟਰ ਦੇ ਵਿੱਚ ਖਲੋਤੇ ਹਾਂ। ਅਕਾਲ ਚੈਨਲ ਦੇ ਦਰਸ਼ਕੋ, ਅੱਜ ਇੱਥੇ ਕੈਂਡਲ ਵਿਜ਼ਲ ਜਿਹੜਾ ਪ੍ਰੋਗਰਾਮ ਆ ਜੋ 1984 ਦੇ ਵਿੱਚ ਦਿੱਲੀ ਦੇ ਵਿੱਚ ਸਿੱਖ ਜੈਨੋਸਾਈਡ ਹੋਈ ਆ, ਉਹਦੇ ਸੰਬੰਧ ਇਕੱਲਾ ਦਿੱਲੀ ਦੇ ਵਿੱਚ ਨਹੀਂ, ਦੇਸ਼ ਦੇ ਹੋਰ ਭਾਗਾਂ ਦੇ ਵਿੱਚ ਹੋਇਆ। ਉਹਨਾਂ ਦੀ ਯਾਦ ਦੇ ਵਿੱਚ ਇੱਥੇ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਤੇ ਹੋਰ ਸਾਰੇ ਹੀ ਜਿੰਨੇ ਵੀ ਸਿੱਖ ਹਨ, ਜਥੇਬੰਦੀਆਂ ਹਨ, ਸਾਰੇ ਇੱਥੇ ਪਹੁੰਚੇ ਹੋਏ ਹਨ ਤੇ ਉਹਨਾਂ ਦੀ ਯਾਦ ਦੇ ਵਿੱਚ ਕੈਂਡਲ ਵਿਜ਼ਲ ਜਿਹੜਾ ਹੋ ਰਿਹਾ ਆ। ਤੇ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਪੰਥਕ ਦਲ ਦੇ ਪੈਨਲ ਮੈਂਬਰ ਸਰਦਾਰ ਕੁਲਦੀਪ ਸਿੰਘ ਜੀ, ਉਹ ਕੀ ਕਹਿਣਾ ਚਾਹੁੰਦੇ? ਹਾਂਜੀ ਭਾਈ ਕੁਲਦੀਪ ਸਿੰਘ ਜੀ, ਅੱਜ ਇੱਥੇ ਕੀ ਹੋ ਰਿਹਾ? ਹਾਂਜੀ, ਅੱਜ ਇੱਥੇ ਇੱਕ ਕਹਿ ਸਕਦੇ ਸਮਾਗਮ ਹੋ ਰਿਹਾ ਆ। ਉੱਦਾਂ ਇੱਕ ਵੱਖਰਾ ਸਮਾਗਮ ਆ, ਜਿੱਦਾਂ ਹੁਣ ਅਸੀਂ ਗੁਰਦੁਆਰੇ ਦੇ ਵਿੱਚ ਕਰਦੇ ਹੁੰਦੇ, ਉੱਦਾਂ ਸਾਰੇ ਕਹਿੰਦੇ ਸੀ ਉਹ ਚਾਰ ਕੰਧਾਂ ਤੋਂ ਬਾਹਰ ਨਹੀਂ ਆਉਂਦੇ। ਤੇ ਇਹਦਾ ਇੰਨਾ ਫਰਕ ਆ, ਮੈਂ ਕਹੂੰਗਾ ਟੈਕਸ ਬਿਰ ਖਰੀ ਜਿੱਦਾਂ ਕਹਿੰਦੇ ਨਾ, ਬਹਾਦਰੀ ਚਾਹੀਦੀ ਹੈ ਇੱਥੇ ਖੜ ਕੇ ਜਿੱਥੇ ਗੋਰੇ ਲੰਘਦੇ ਆ ਤੇ ਉਹਨਾਂ ਨੂੰ ਜਾਣਕਾਰੀ ਦੇਣੀ, ਉਹਨਾਂ ਨੂੰ ਸਮਝਾਉਣਾ, ਇਹਦੀ ਬਹੁਤ ਇੱਕ ਵੱਡੀ ਲੋੜ ਆ। ਤੇ ਮੇਰਾ ਖਿਆਲ ਜਿੱਦਾਂ ਹੁਣ ਜਿੱਦਾਂ ਇਸ ਐਤਵਾਰ ਸੈਟਰਡੇ ਤੇ ਇਹਨਾਂ ਨੇ ਰੱਖਿਆ ਆ ਸ਼ਨੀਚਰਵਾਰ, ਜਿਹੜੇ ਅੱਜ ਲੰਘਦੇ ਆ ਇਸ ਸਾਲ ਉਹ ਬੰਦੇ ਨਹੀਂ ਜਿਹੜੇ ਪਿਛਲੇ ਸਾਲ ਲੰਘਦੇ ਸੀ। ਹਰ ਸਾਲ ਨਵੇਂ ਬੰਦਿਆਂ ਨੂੰ ਜਾਣਕਾਰੀ ਮਿਲਦੀ ਆ ਤੇ ਜਿੱਦਾਂ ਇਹ ਪ੍ਰੈਜ਼ੈਂਟ ਵੀ ਕਰਦੇ ਨਾ, ਬੰਦੇ ਨੂੰ ਮਹਿਸੂਸ ਹੁੰਦਾ ਬਈ ਇੱਥੇ ਕੁਝ ਹੋਇਆ ਸੀ ਤੇ ਜਿਹੜਾ ਪ੍ਰੈਜ਼ੈਂਟੇਸ਼ਨ ਕਰਦਾ। ਸੋ ਮੈਂ ਕਹਿੰਦਾ ਜਿਹੜੇ ਜਿਨ੍ਹਾਂ ਨੇ ਆ ਆਰਗੇਨਾਈਜ਼ ਕੀਤਾ ਆ, ਜਿਹੜੇ ਆ ਸੇਵਾ ਕਰਦੇ ਆ ਹਰ ਸਾਲ, ਬਹੁਤ ਵਧੀਆ ਚੀਜ਼ ਕਰਦੇ ਆ। ਇੱਕ ਹੀ ਮੇਰੀ ਇੱਛਾ ਆ ਬਈ ਹਰ ਸਾਲ ਜਿਹੜੀ ਸੰਗਤ ਇੱਥੇ ਆਉਂਦੀ ਉਹ ਵਧੇ। ਤੇ ਠੀਕ ਆ, ਐਡਵਰਟਾਈਜ਼ ਤਾਂ ਅਸੀਂ ਕਰਦੇ ਆ, ਉੱਦਾਂ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼, ਜਿਹੜੇ ਵੁਲਵਰਹੈਂਪਟਨ, ਕੋਵੈਂਟਰੀ, ਬਰਮਿੰਘਮ ਰਹਿੰਦੇ ਆ, ਨੇੜੇ ਰਹਿੰਦੇ, ਬਰਮਿੰਘਮ ਦੀ ਸੰਗਤ ਵੀ ਤੁਸੀਂ ਲੈ ਲਓ, ਉਹਨਾਂ ਨੂੰ ਤਾਂ ਕਮ ਸੇ ਕਮ ਆਉਣਾ ਚਾਹੀਦਾ ਜੀ। ਤੁਸੀਂ ਅਕਾਲ ਚੈਨਲ ਰਾਹੀਂ ਲੋਕਾਂ ਤਾਈਂ ਕੀ ਮੈਸੇਜ ਦੇਣਾ ਚਾਹੁੰਦੇ ਆ? ਵੈਲ, ਲੋਕਾਂ ਨੂੰ ਮੈਂ ਕਹੂੰਗਾ ਔਖੇ ਅੱਜ ਤਾਂ ਅਸੀਂ ਮਨਾਉਂਦੇ ਆ, ਬਟ ਰੀਅਲੀ ਇਹ ਜਿਹੜੀ ਗੱਲ ਹੁਣ ਆਉਂਦੀ ਆ, ਇਹ 24/7 365 ਡੇਜ਼ ਆਫ ਦਾ ਈਅਰ ਦੀ ਗੱਲ ਆ, ਜਿਹਦਾ ਸਾਨੂੰ ਭੁੱਲਣਾ ਨਹੀਂ ਚਾਹੀਦਾ। ਇਹ ਇੱਦਾਂ ਨਹੀਂ ਜਦੋਂ ਕੋਈ ਕਨਸਰਟ ਹੁੰਦਾ ਤੇ ਗੋਰੇ ਕਹਿੰਦੇ ਹੁੰਦੇ ਸੀ ਯੂ ਨੈਕਸਟ ਈਅਰ, ਫਿਰ ਉਹ ਦੁਬਾਰਾ ਆਉਂਦੇ ਆ। ਤੇ ਇਹ ਕਨਸਰਟ ਨਹੀਂ, ਇਹ ਇਕੱਲੇ ਇੱਕ ਦਿਨ ਲਈ ਨਹੀਂ ਜਾਂ ਇੱਕ ਹਫ਼ਤੇ ਲਈ ਨਹੀਂ, ਇਹ 52 ਵੀਕਸ ਆਫ ਦਾ ਈਅਰ ਸਾਨੂੰ ਯਾਦ ਕਰਨਾ ਚਾਹੀਦਾ। ਕਰਕੇ ਜਦੋਂ 84 'ਚ ਜਿਹੜਾ ਹੋਇਆ ਸੀ, ਉਹ ਇੱਕ ਦਿਨ 'ਚ ਨਹੀਂ ਹੋਇਆ ਸੀ ਜਾਂ ਇੱਕ ਹਫ਼ਤੇ 'ਚ, ਉਹ ਪੂਰੇ ਸਾਲ 'ਚ ਹੀ ਹੋਇਆ ਸੀ ਤੇ 84 ਤੋਂ ਬਾਅਦ ਵੀ। ਸੋ ਇਸ ਲਈ ਸਾਨੂੰ ਭੁੱਲਣਾ ਨਹੀਂ ਚਾਹੀਦਾ। ਜੇ ਅਸੀਂ ਭੁੱਲ ਗਏ, ਜਿਹੜਾ ਸਾਡਾ ਇਤਿਹਾਸ ਹੋ ਗਿਆ ਤੇ ਜਿਹੜਾ ਸਾਡਾ ਭਵਿੱਖ ਹੋਊਗਾ ਉਹ ਵੀ ਬਦਲ ਜੂਗਾ, ਉਹ ਵੀ ਬਹੁਤ ਮਾੜਾ ਹੋਊਗਾ। ਜੇ ਅਸੀਂ ਉਹਨੂੰ ਯਾਦ ਕਰੂਗੇ, ਇਤਿਹਾਸ ਯਾਦ ਕਰਕੇ ਜਿਹੜਾ ਸਾਡਾ ਭਵਿੱਖ ਗਾਹ ਆ ਉਹ ਵੀ ਵਧੀਆ ਹੋ ਸਕਦਾ ਜੀ। ਭਾਈ ਕੁਲਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹੁਣ ਸਾਡੇ ਨਾਲ ਸਰਦਾਰ ਗੁਰਦਿਆਲ ਸਿੰਘ ਜੀ ਅਟਵਾਲ, ਜੋ ਕੌਂਸਲਰ ਵੀ ਹਨ ਤੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਵੀ ਆਗੂ ਹਨ। ਹਾਂਜੀ ਗੁਰਦਿਆਲ ਸਿੰਘ ਜੀ, ਅੱਜ ਇੱਥੇ ਕੀ ਹੋ ਰਿਹਾ ਜੀ? ਅੱਜ ਇੱਥੇ ਜਿਹੜਾ ਨਵੰਬਰ ਦੇ ਵਿੱਚ ਦਿੱਲੀ ਵਿੱਚ 1984 ਦੇ ਵਿੱਚ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਜੋ ਜੂਨ ਦੇ ਵਿੱਚ ਅਟੈਕ ਕੀਤਾ ਸੀ ਹਰਿਮੰਦਰ ਸਾਹਿਬ 'ਤੇ, ਉਦੋਂ ਬਾਅਦ ਦੇ ਵਿੱਚ ਜਿਹੜਾ ਨਵੰਬਰ ਦੇ ਵਿੱਚ ਉੱਥੇ ਜੈਨੋਸਾਈਡ ਕੀਤੀ ਗਈ, ਕਤਲੇਆਮ, ਉਹ ਦੰਗੇ ਨਹੀਂ ਸੀ, ਕਤਲੇਆਮ ਸੀਗੇ। ਜਿਹੜਾ ਉਹਨਾਂ ਨੇ ਸਰਕਾਰ ਦੀ ਸ਼ਹਿਦ ਦੇ ਉੱਤੇ ਲੋਕਾਂ ਨੇ ਕੀਤਾ, ਜਿਹੜੇ ਉੱਥੇ ਸ਼ਹੀਦ ਹੋ ਗਏ, ਉਹਨਾਂ ਦੀ ਯਾਦ ਦੇ ਵਿੱਚ ਰਿਮੈਂਬਰੈਂਸ ਡੇ ਦੇ ਤੌਰ 'ਤੇ ਇੱਥੇ ਇਕੱਤਰ ਹੁੰਦੇ, ਬਹੁਤ ਸਾਲਾਂ ਦੇ ਹੁੰਦੇ। ਆਪਾਂ ਅੱਜ ਇੱਥੇ ਬਰਮਿੰਘਮ ਸਿਟੀ ਕਾਉਂਸਲ ਦੇ ਬਾਹਰ ਹਾਂ। ਮੈਂ ਧੰਨਵਾਦ ਕਰਦਾ ਸਮੁੱਚੀ ਬਰਮਿੰਘਮ ਸਿਟੀ ਕਾਉਂਸਲ ਦਾ, ਜੇ ਇਹ ਸਾਨੂੰ ਇੱਥੇ ਅਲਾਓ ਕਰਦੇ ਆ ਇਹ ਪ੍ਰੋਗਰਾਮ ਇੱਥੇ ਕਰਨ ਨੂੰ। ਪਰ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਆ, ਪਰ ਜਿਹੜੀ ਯਾਦ ਕਰਦੇ ਆ ਉਹ ਯਾਦਾਂ ਨੂੰ ਅਸੀਂ ਕਰਦੇ ਹੋਏ ਸਾਨੂੰ ਇਹ ਸੋਚਣਾ ਚਾਹੀਦਾ ਕਿ ਵੀ ਇਹ ਜੋ ਇਹੋ ਜਿਹੇ ਹਾਲਤ ਹੁਣ ਵੀ ਉੱਥੇ ਹਨ ਜਾਂ 84 ਤੋਂ ਪਹਿਲੇ ਸੀ, 78 ਤੋਂ ਬਾਅਦ ਦੇ ਵਿੱਚ ਜਾਂ ਤੋਂ ਬਾਅਦ ਦੇ ਵਿੱਚ ਹਨ, ਅਸੀਂ ਇਹਨਾਂ ਤੋਂ ਬਚਿਆ ਕਿੱਦਾਂ ਜਾਵੇ। ਮੇਰੀ ਬੇਨਤੀ ਆ, ਜਿੰਨੇ ਵੀ ਪੰਜਾਬ ਦੇ ਵਾਸੀ ਲੋਕ ਆ, ਵੀ ਸਾਨੂੰ ਦਿੱਲੀ ਦੇ ਜੂਲੇ 'ਚੋਂ ਨਿਕਲ ਕੇ ਇੱਕੋ ਇੱਕ ਆਜ਼ਾਦ ਖਿੱਤਾ ਖਾਲਿਸਤਾਨ ਬਣਾਉਣਾ ਚਾਹੀਦਾ। ਖਾਲਿਸਤਾਨ ਕਿਸੇ ਇੱਕ ਦਾ ਨਹੀਂ ਹੋਣਾ, ਉੱਥੇ ਜਿਹੜੀਆਂ ਵੀ ਕੌਮਾਂ, ਜਿਹੜੇ ਵੀ ਲੋਕ ਵੱਸਦੇ ਹੋਣ, ਉਹਨਾਂ ਸਾਰਿਆਂ ਦਾ ਹੋਣਾ। ਗੁਰਬਾਣੀ ਦੇ ਆਧਾਰ ਦੇ ਉੱਤੇ, ਇਕੁਆਲਿਟੀ ਦੇ ਤੌਰ 'ਤੇ, ਸਰਬੱਤ ਦੇ ਭਲੇ ਦੇ ਤੌਰ 'ਤੇ ਉਹ ਸਾਰਿਆਂ ਦਾ ਹੋਣਾ ਨਾ, ਕਿਸੇ ਇੱਕ ਧਿਰ ਦਾ ਜਾਂ ਇੱਕ ਧਰਮ ਦਾ ਨਹੀਂ ਹੋਣਾ ਹੈ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ,
ਉਸ ਤੌਰ ਦੇ ਉੱਤੇ ਉਦੋਂ ਵੀ ਵਧੀਆ ਬਣਾਉਣ ਦੀ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ। ਤੇ ਜਿੰਨੇ ਵੀ ਇੱਥੇ ਲੋਕ ਆਏ ਆ, ਪੋਲੀਟੀਸ਼ੀਅਨ ਨੇ ਆਏ ਨੇ, ਸਾਡੇ ਮੀਡੀਆ ਆਇਆ, ਕਾਲ ਚੈਨਲ ਆਇਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਪਰ ਮੈਂ ਇੱਕ ਬੇਨਤੀ ਕਰਦਾ ਜਾਵਾਂ ਕਿ ਵੀ ਜਿਹੜਾ ਸਾਡਾ ਮੀਡੀਆ ਉਹਨੂੰ ਤਕੜਾ ਕਰੋ। ਆਪ ਜੀ ਅੱਜ ਮੈਂ ਆਪ ਜੀ ਦੇ ਰਾਹੀਂ ਕਾਲ ਚੈਨਲ ਰਾਹੀਂ ਪਹੁੰਚ ਕਰ ਰਿਹਾ ਤੇ ਇਹਨਾਂ ਨੇ ਵੀ ਫਾਈਨੈਂਸ਼ੀਅਲ ਤੇ ਸਪੋਰਟ ਕਰੋ। ਜੇ ਮੀਡੀਆ ਹੋਊਗਾ ਤਾਂ ਆਪ ਤਾਈਂ ਪਹੁੰਚ ਸਕਾਂਗੇ, ਦੁਨੀਆ ਤਾਈਂ ਪਹੁੰਚ ਸਕਾਂਗੇ, ਆਪਣਾ ਸੁਨੇਹਾ ਦੇ ਸਕਾਂਗੇ। ਅਟਵਾਲ ਸਾਹਿਬ, ਜਿਵੇਂ ਆਪਾਂ 30 ਸਾਲ ਹੋ ਗਏ ਇਨਸਾਫ ਲਈ ਜਿੱਦਾਂ ਅਦਾਲਤਾਂ ਦੇ ਕੁੰਡੇ ਖੜਕਾਉਂਦੇ ਆ ਤੇ ਇਨਸਾਫ ਹਾਲੇ ਤਾਂ ਨਹੀਂ ਮਿਲਿਆ, ਲੇਕਿਨ ਇਨਸਾਫ ਲੈਣ ਲਈ ਹੋਰ ਕਿਹੜੇ ਢੰਗ ਤਰੀਕੇ ਵਰਤਣੇ ਚਾਹੀਦੇ ਆ? ਇਨਸਾਫ ਜ਼ਾਲਮ ਜਿਹਨੇ ਕਤਲ ਕੀਤਾ ਹੋਵੇ ਔਰ ਉਹ ਤੋਂ ਇਨਸਾਫ ਮੰਗਣਾ ਤੇ ਉਹ ਕਦੇ ਨਹੀਂ ਦੇਵੇਗਾ। ਸਾਨੂੰ ਦੁਨੀਆ ਦੇ ਕੋਨੇ-ਕੋਨੇ 'ਚ ਆਵਾਜ਼ ਉਠਾਉਣੀ ਚਾਹੀਦੀ। ਇੱਥੇ ਯੂਕੇ ਦੇ ਵਿੱਚ ਮੇਰਾ ਵੀਰ ਹੁਣ ਆਪਣੀਆਂ ਮੋਹਰਲੇ ਸਾਲ ਮਈ ਦੇ ਵਿੱਚ ਜਨਰਲ ਇਲੈਕਸ਼ਨ ਆ ਰਹੀਆਂ, ਲੋਕਲ ਵੀ ਆ ਰਹੇ ਨੇ ਤੇ ਜਨਰਲ ਵੀ ਆ। ਸਾਨੂੰ ਜਿੰਨੇ ਇੱਥੇ ਪੋਲੀਟੀਸ਼ੀਅਨ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ, ਸਾਨੂੰ ਐਜ ਏ ਸਿੱਖ ਨੇਸ਼ਨ, ਸਿੱਖ ਭਾਈਚਾਰੇ ਤੌਰ ਤੇ ਉਹਨਾਂ ਤੇ ਪਹੁੰਚ ਕਰਨੀ ਚਾਹੀਦੀ ਕਿ ਸਾਡੇ ਨਾਲ ਬੇਇਨਸਾਫੀ ਹੋਈ ਆ ਤੇ ਸਾਨੂੰ ਤੁਸੀਂ ਕੀ ਹੱਕ ਲੈ ਕੇ ਦਿਓਗੇ ਜਾਂ ਸਾਡੀ ਆਵਾਜ਼ ਬੁਲੰਦ ਕਿੱਦਾਂ ਕਰੋਗੇ, ਸਾਡੇ ਨਾਲ ਤੁਸੀਂ ਕਿੱਦਾਂ ਤੁਰੋਗੇ। ਜਿਹੜਾ ਸਾਡੇ ਨਾਲ ਤੁਰੇਗਾ ਤੇ ਉਹਦੀ ਮਦਦ ਕਰੋ। ਇੱਦਾਂ ਨਾ ਅਵਿਆਗੁਣ ਆਪਾਂ ਮਦਦ ਕਰੀਏ। ਪਰ ਆਪਾਂ ਨੂੰ ਪਤਾ ਹੈਗਾ ਵੀ ਜਦੋਂ 84 ਦੇ ਵਿੱਚ ਇੰਦਰਾ ਗਾਂਧੀ ਗਵਰਨਮੈਂਟ ਨੇ ਇੱਥੇ ਅਟੈਕ ਕੀਤਾ ਸੀਗਾ ਹਰਿਮੰਦਰ ਸਾਹਿਬ ਤੇ, ਉਦੋਂ ਜਿਹੜੀ ਇੱਥੇ ਦੀ ਮਾਰਗਰਟ ਥੈਚਰ ਸਰਕਾਰ ਸੀ, ਉਹਨਾਂ ਨੇ ਉਹਦੀ ਸਪੋਰਟ ਕੀਤੀ ਸੀ। ਕਈ ਦਫਾ ਮੀਡੀਆ 'ਚ ਆਪਾਂ ਦੇਖਦੇ ਕਰਦੇ ਜੀ ਇਹਨਾਂ ਨੇ ਇੱਕ ਦੱਸਿਆ ਸੀ ਤੁਸੀਂ ਜਹਾਜ਼ ਵਰਤ ਲਓ ਫਲਾਨਾ। ਭਾਈ ਰਘਵੀਰ ਸਿੰਘ ਜੀ, ਜੇਕਰ ਕੋਈ ਕਤਲ ਕਰਦਾ ਜਾਂ ਕੋਈ ਡਾਕਾ ਮਾਰਦਾ ਔਰ ਉਹਦਾ ਕ੍ਰਾਈਮ ਹੁੰਦਾ, ਜੇ ਉਹ ਮਰਡਰ ਕਰਦਾ ਤਾਂ ਜੇ ਉਹਦਾ ਕ੍ਰਾਈਮ ਆ ਤੇ ਉਹਨੂੰ ਹਥਿਆਰ ਦੇਣ ਵਾਲਾ ਜਾਂ ਉਹਨੂੰ ਤਰੀਕਾ ਦੱਸਣ ਵਾਲਾ ਜਾਂ ਉਹਨੂੰ ਟਰਾਂਸਪੋਰਟ ਪ੍ਰੋਵਾਈਡ ਕਰਨ ਵਾਲਾ ਜਿਹੜਾ ਹੈਗਾ ਉਹ ਵੀ ਓਨਾ ਹੀ ਭਾਗੀ ਹੁੰਦਾ ਹੈਗਾ। ਜੇਕਰ ਆਪਾਂ ਇਹ ਕਹੀਏ ਕਿ ਮਾਰਗਰਟ ਥੈਚਰ ਦੀ ਸਰਕਾਰ ਵੀ ਓਨੀ ਭਾਗੀ ਆ, ਪਰ ਅੱਜ ਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕਿਹਦੀ ਸਪੋਰਟ ਕਰਨੀ ਆ। ਮੈਂ ਬੇਨਤੀ ਕਰਾਂਗਾ, ਭੁੱਲ ਜਾਓ ਕਿਹੜੀ ਪਾਰਟੀ ਆ, ਜਿਹੜੀ ਪਾਰਟੀ ਤੁਹਾਡੇ ਹੱਕਾਂ ਦੀ, ਹਿਊਮਨ ਰਾਈਟ ਦੀ ਗੱਲ ਕਰੂ ਔਰ ਉਹਨਾਂ ਲੋਕਾਂ ਦੇ ਨਾਲ ਜ਼ਰੂਰ ਖੜੇ ਹੋਵੋ ਔਰ ਪਰ ਉਹਨਾਂ ਤੋਂ ਕਮਿਟਮੈਂਟ ਐਂਡ ਰਾਈਟਿੰਗ ਜ਼ਰੂਰ ਲਵੋ। ਓਕੇ, ਧੰਨਵਾਦ ਜੀ ਅਟਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਵੇਂ ਅੱਜ ਅਸੀਂ ਬਰਮਿੰਘਮ ਸਿਟੀ ਸੈਂਟਰ ਦੇ ਵਿੱਚ ਆਏ ਹਾਂ, ਵਿਕਟੋਰੀਆ ਪਲੇਸ ਤੇ, ਜਿੱਥੇ ਕੈਂਡਲ ਵੀਜ਼ਲ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ 1984 ਦੇ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਗਿਆ, ਜਿਹਨੂੰ ਸਿੱਖ ਜੈਨੋਸਾਈਡ ਵੀ ਕਹਿੰਦੇ ਆ, ਆਪਾਂ ਸਿੱਖ ਕਤਲੇਆਮ ਵੀ ਕਹਿੰਦੇ ਆ। ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ ਆ। ਉਹਦੇ ਸੰਬੰਧ ਦੇ ਵਿੱਚ ਭਾਈ ਲਵਛਿੰਦਰ ਸਿੰਘ ਜੀ ਡੱਲੇਵਾਲ ਉਹਨਾਂ ਨਾਲ ਗੱਲ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹਨ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇੱਥੇ ਕੈਂਡਲ ਲਾਈਟ ਵਿਜ਼ਲ ਹੋ ਰਿਹਾ, ਉਹ ਜੋ 30 ਸਾਲ ਪਹਿਲਾਂ ਸਿੱਖਾਂ ਤੇ ਯੋਜਨਾਬੱਧ ਤਰੀਕੇ ਦੇ ਨਾਲ
ਸਰਕਾਰੀ ਸ਼ਹਿ ਦੇ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਜੋ ਕਤਲੇਆਮ ਕੀਤਾ ਗਿਆ ਸੀ ਔਰ ਹਜ਼ਾਰਾਂ ਸਾਡੇ ਬਜ਼ੁਰਗ, ਹਜ਼ਾਰਾਂ ਮਾਤਾਵਾਂ, ਭੈਣਾਂ ਅਤੇ ਭਰਾ ਵਿਛੜ ਗਏ ਸਨ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ, ਉਹਨਾਂ ਨੂੰ ਯਾਦ ਕਰਨ ਵਾਸਤੇ ਅੱਜ ਇੱਥੇ ਸਾਰੇ ਸਿੱਖ ਇਕੱਠੇ ਹੋ ਰਹੇ ਹਨ। ਸੋ ਆਓ ਆਪਾਂ ਉਹਨਾਂ ਸੂਰਬੀਰ ਯੋਧਿਆਂ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੁਬਾਰਾ ਸਤਿਕਾਰ ਸਹਿਤ ਸਿਰ ਤੇ ਰੱਖਿਆ, ਕਿਉਂਕਿ ਬੀਤੇ ਕੱਲ੍ਹ ਹੀ ਸ਼ਹੀਦ ਭਾਈ ਬੇਅੰਤ ਸਿੰਘ ਦੀ ਵੀ 30ਵੀਂ ਬਰਸੀ ਲੰਘ ਕੇ ਗਈ ਹੈ। ਸੋ ਜੋ ਪੰਜਾਬ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜੋ ਸਿੱਖਾਂ ਦੇ ਜੋ ਧੱਕੇਸ਼ਾਹੀਆਂ, ਜੋ ਜ਼ੁਲਮ ਹਨ, ਉਹ ਨਿਰੰਤਰ ਜਾਰੀ ਹਨ। ਸੋ ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਅੱਜ ਸਿੱਖ ਜਿੱਥੇ ਆਪਣੇ ਕੌਮੀ ਨਿਸ਼ਾਨੇ ਆਜ਼ਾਦ ਸਿੱਖ ਰਾਜ ਲਈ ਸੰਘਰਸ਼ ਕਰ ਰਹੀ ਹੈ, ਉੱਥੇ ਜੋ ਇਨਸਾਫ ਦੀ ਪ੍ਰਾਪਤੀ ਵੀ ਕਰਨੀ ਚਾਹੁੰਦੀ ਹੈ, ਜੋ ਕਿ ਇਨਸਾਫ ਪ੍ਰਾਪਤੀ ਵਾਸਤੇ ਅੱਜ ਆਪਾਂ ਇਕੱਤਰ ਹੋਏ ਹਾਂ ਇੱਥੇ ਸਾਰੇ ਸਿੱਖ। ਇਹ ਇੱਕ ਪੜਾਅ ਹੈ ਉਸ ਵਾਸਤੇ, ਪਰ ਕੌਮੀ ਨਿਸ਼ਾਨਾ ਜੋ ਸਿੱਖਾਂ ਦਾ ਉਹ ਕੇਵਲ ਤੇ ਕੇਵਲ ਆਜ਼ਾਦ ਸਿੱਖ ਰਾਜ ਹੀ ਹੈ। ਓਕੇ ਜੀ, ਧੰਨਵਾਦ ਜੀ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮੋਤਾ ਸਿੰਘ ਜੀ, ਤੁਸੀਂ ਅੱਜ ਇੱਥੇ ਕੀ ਦੇਖਦੇ, ਕੀ ਇਹ ਕਰ ਰਹੇ ਹੋ? ਸਿੰਘ ਸਾਹਿਬ ਜੀ, ਗੱਲ ਇੱਦਾਂ ਵੀ ਆਪਣੇ ਜਿਹੜੇ ਰਾਜ ਹੁੰਦੇ ਆ ਨਾ, ਉਹ ਮੰਗਿਆ ਨਹੀਂ ਮਿਲਦੇ, ਉਹ ਖੋਏ ਜਾਂਦੇ ਆ। ਕਹਿੰਦੇ ਆ ਵੀ ਸੜਦੇ ਹੋਏ ਪਰਵਾਨੇ ਨੂੰ ਪੁੱਛ ਬੈਠਾ, ਰਾਜ ਸਾਹਿਬਾਂ ਦੇ ਮੇਰੇ ਤੋਂ ਖਿਤਾਬ ਲੈ ਲਾ ਰਹਿਣ ਨੂੰ ਕੋਠੀਆਂ ਡਾਕ ਬੰਗਲੇ, ਕਈ ਖੂਹ ਜਗੀਰ ਤਲਾਬ ਲੈ ਲਾ ਰਹਿਣ ਨੂੰ ਬਾਗ ਮਕਾਨ ਸੋਹਣੇ, ਖਾਣ ਪੀਣ ਨੂੰ ਮਾਸ ਸ਼ਰਾਬ ਲੈ ਲਾ, ਐ ਪਰ ਸ਼ਮਾ ਤੇ ਜਾਣ ਦੀ ਬਾਣ ਛੱਡ ਦੇ, ਇਸ ਪਾਸਿਓਂ ਮੂੰਹ ਤੇ ਨਕਾਬ ਲੈ ਲਾ। ਅੱਗੋਂ ਹੱਸ ਪਰਵਾਨੇ ਨੇ ਕਿਹਾ ਉਹਨੂੰ, ਦਫਾ ਹੋਣ ਗਦਾਰੀਆਂ ਕਰਨ ਵਾਲੇ, ਉਹ ਕੀ ਖੜੇ ਖਿਤਾਬਾਂ ਨੂੰ ਜਾਣਦੇ ਨੇ, ਖਾਤਰ ਵਤਨ ਦੀ ਹੋਣ ਜੋ ਮਰਨ ਵਾਲੇ। ਇਹ ਸ਼ਹੀਦੀਆਂ ਤਾਂ ਜਿੰਨਾ ਚਿਰ ਆਪਣਾ ਨਿਸ਼ਾਨਾ ਨਹੀਂ ਮਿਲਦਾ ਇਹ ਹੁੰਦੀਆਂ ਰਹਿਣਗੀਆਂ ਗਾਂ ਵੀ, ਤੇ ਭਾਗਾਂ ਵਾਲਿਆਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ ਜੀ। ਤੇ ਧੰਨਵਾਦ ਮਹਾਰਾਜ ਦਾ, ਕਿਰਪਾ ਕਰਨਗੇ ਮਹਾਰਾਜ, ਕभी ਨਾ ਕਦੀ ਸੁਣਨਗੇ ਸਾਡੀ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰਸੇਵਕ ਸਿੰਘ ਭਾਈ ਖਾਲਸਾ ਫਤਿਹ ਜੀ। ਤੁਸੀਂ ਕੀ ਕਹਿਣਾ ਚਾਹੁੰਦੇ, ਜਿਹੜਾ 30 ਸਾਲ ਹੋ ਗਿਆ ਤੇ ਅੱਜ ਵੀ ਸਿੱਖ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ, ਤੁਹਾਡੇ ਕੀ ਵਿਚਾਰ ਹੈ? ठीक है, और खालसा वाजी फतेह जी। मैं बस अंग्रेजी थोड़े लफ्ज़ दसूँगा। दा all the Sikhs around the world है ना, जिन्ने सिख है दुनिया ਦੇ ਵਿੱਚ ਨੇ, ਤਾਂ ਇੱਕ ਚੀਜ਼ ਜ਼ਰੂਰ ਚੇਤਾ ਰੱਖਿਓ, that you should all remember one thing, ਜੋ ਮਰਜ਼ੀ ਜਿੱਦਾਂ ਜ਼ਿੰਦਗੀ ਜਾਂਦੀ ਰਹਿੰਦੀ ਆ, ਅਨਾਉਂਦੇ ਰਹਿੰਦੇ ਆਪਾਂ, ਤੁਸੀਂ ਇੱਕ ਚੀਜ਼ ਚੇਤਾ ਕਦੇ ਨਾ ਭੁਲਾਇਓ, ਦਾ 1984 ਇੱਕ ਸਿੱਖਾਂ ਦੇ ਨਾਲ ਹਮਲਾ ਹੋਇਆ ਸੀ, ਜੈਨੋਸਾਈਡ ਹੋਈ ਸੀ। ਐਂਡ ਇਹ ਨਿਆਣਿਆਂ ਨੂੰ ਵੀ ਤੁਸੀਂ ਥੱਲੇ ਗਾਹਾਂ ਵੀ ਦੱਸਣਾ, ਜਨਰੇਸ਼ਨ ਨੂੰ ਜਿਹੜੀ ਆਊਗੀ, ਐਂਡ ਦ ਨੈਕਸਟ ਜਨਰੇਸ਼ਨ, ਬਿਕਾਜ਼ ਦਿਸ ਇਜ਼ something in our history that happened that we can never ever forget, regardless of what's happened with justice and regardless of what's happened with if we still have no justice 30 years on, है ना। So इंसाफ हाले भी नहीं मिलिया, इंसाफ हाले भी नहीं मिलिया, and then so basically ਇਹ ਗੱਲ ਆ। ਓਕੇ, ਥੈਂਕ ਯੂ ਵੈਰੀ ਮਚ ਜੀ। ਭਾਈ ਰੇਸ਼ਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਦੱਸ ਤਾਂ ਇੰਨਾ ਕੀ ਕਹਿਣਾ ਚਾਹੁੰਦਾ, 80 ਆਪਾਂ ਤਾਂ 78 ਤੋਂ ਲੱਗ ਕੇ ਹੁਣ ਤੱਕ ਸਿੱਖਾਂ ਦੇ ਜ਼ੁਲਮ ਹੋ ਰਹੇ ਆ, ਪਿੱਛੇ ਵੀ ਹੁੰਦੇ ਰਹੇ, ਗਾਹਾਂ ਵੀ ਹੋਈ ਜਾਂਦੇ, ਪਰ ਇੱਕ ਜ਼ਰੂਰ ਯਾਦ ਰੱਖੋ, ਜਿੰਨਾ ਚਿਰ ਆਪਣਾ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਯਾਦ ਹੁੰਦਾ, ਉਹਨਾਂ ਚਿਰ ਆਪਾਂ ਨੂੰ ਕਿਤੋਂ ਸੇਧ ਨਹੀਂ ਮਿਲਣੀ। ਜੇ ਅਕਾਲ ਤਖ਼ਤ ਦਾ ਜਥੇਦਾਰ ਯਾਦ ਹੋ ਜਾਊਗਾ, ਉਹ ਆਪਾਂ ਨੂੰ ਕੋਈ ਸੇਧ ਦੇ ਸਕਦਾ। ਹਾਲੇ ਤਾਂ ਸਾਡਾ ਅਕਾਲ ਤਖ਼ਤ ਦਾ ਜਥੇਦਾਰ ਵੀ ਗੁਲਾਮ ਆ, ਤੇ ਸਿੱਖ ਕੌਮ ਦਾ ਗੁਲਾਮ ਜੇ ਗੁਲਾਮੀ ਭੋਗ ਰਹੀ ਆ। ਇਹ ਦੱਸ ਬਸ ਮਹਾਰਾਜ ਕਿਰਪਾ ਕਰਨ, ਮਰ ਆਪਣੇ ਤਖਤ ਦੇ ਜਥੇਦਾਰ ਨੂੰ, ਅਕਾਲ ਤਖ਼ਤ ਦੇ ਜਥੇਦਾਰ ਨੂੰ ਯਾਦ ਕਰਵਾ ਲਈਏ। ਬਾਕੀ ਸਿੱਖ ਕੌਮ ਇਕਮੁੱਠ ਹੋ ਕੇ ਸਾਰੇ ਜਿੰਨਾ ਵੀ ਜ਼ੁਲਮ ਆ ਸਿੱਖਾਂ 'ਤੇ ਹੋ ਰਿਹਾ, ਇਹਨੂੰ ਮਰ ਇਹਦਾ ਜਵਾਬ ਦੇਣ ਜੋਗੇ ਤਾਂ ਹੀ ਹੋ ਸਕਦੇ, ਜਿੰਨੇ ਚਿਰ ਆਪਾਂ ਇਕੱਠੇ ਹੋ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਚਮਕੌਰ ਸਿੰਘ ਜੀ, ਬਹੁਤ ਵਧੀਆ ਲੱਗ ਰਿਹਾ ਸਿੱਖੀ ਦੀ ਦਸਤਾਰ ਤੇ ਵਰਦੀ ਦੇ ਵਿੱਚ, ਫੌਜੀਆਂ ਦੀ ਵਰਦੀ ਦੇ ਵਿੱਚ, ਤੇ ਉਹ ਵੀ ਬ੍ਰਿਟਿਸ਼ ਆਰਮੀ ਦੇ ਵਿੱਚ। ਥੈਂਕ ਯੂ। ਤੇ ਅੱਜ ਜਿਹੜਾ ਇੱਥੇ ਇਕੱਠੇ ਹੋਏ ਆ, ਤੁਸੀਂ ਕੀ ਕਰਨਾ ਹੈ? ਅਸੀਂ ਅੱਜ ਜਿਹੜਾ ਬਰਮਿੰਘਮ ਟਾਊਨ ਸੈਂਟਰ ਦੇ ਵਿੱਚ ਇਵੈਂਟ ਹੈਗਾ, ਇਹ ਦੋ ਚੀਜ਼ਾਂ ਦਾ ਜੀ। ਇੱਕ ਤਾਂ ਹੈਗਾ ਜਿਹੜਾ 100 ਸਾਲ ਪਹਿਲਾਂ ਜਿਹੜੇ ਸਾਡੇ ਸਿੱਖ ਨੌਜਵਾਨਾਂ ਨੇ, ਸਾਡੇ ਬਜ਼ੁਰਗਾਂ ਨੇ ਆ ਕੇ ਆਪਣੇ ਇੰਗਲੈਂਡ ਦੀ ਤਾਂ ਦੁਨੀਆ ਦੀ ਆਜ਼ਾਦੀ ਵਾਸਤੇ ਜਿਹੜੀ ਲੜਾਈ ਲੜੀ ਸੀਗੀ, ਜਿੱਦਾਂ ਉਹਨੂੰ ਅਸੀਂ 100 ਸਾਲ ਹੋਏ ਮਾਰਕ ਕਰਦੇ ਨੇ। ਜਿੱਦਾਂ ਜਿਹੜੀ ਦੂਜਾ ਇਵੈਂਟ ਆ ਜੋ 1984 ਦੇ ਵਿੱਚ ਜੋ ਕਤਲੇਆਮ ਹੋਏ ਸੀਗੇ ਆਪਣੇ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ, ਅੱਜ ਤੱਕ ਜੋ ਹੁਣ ਵੀ ਚੱਲ ਰਹੇ ਆ, ਜਿੱਦਾਂ ਕਿ ਉਸ ਆਪਣੇ ਜਸਟਿਸ ਦੱਸਣ ਵਾਸਤੇ ਕਿ ਦੁਨੀਆ ਨੂੰ ਕਿ ਸਾਡੇ ਨਾਲ ਕੀ ਪੰਜਾਬ ਦੇ ਵਿੱਚ ਤਾਂ ਕੀ ਇੰਡੀਆ ਦੇ ਵਿੱਚ ਹੋ ਰਿਹਾ, ਜਿੱਦਾਂ ਉਹਦਾ ਇਵੈਂਟ ਮਾਰਕ ਕਰਦੇ ਹਾਂ ਜੀ। ਠੀਕ ਹੈ। ਤੇ ਤੁਸੀਂ ਅਕਾਲ ਚੈਨਲ ਰਾਹੀਂ ਜਿੱਦਾਂ ਪੂਰੀ ਦੁਨੀਆ 'ਚ ਇਹ ਮੈਸੇਜ ਜਾਣਾ, ਦੇਖਣਾ ਆ, ਕੀ ਕਹਿਣਾ ਚਾਹੁੰਦੇ ਆ, ਕੀ ਕਰਨਾ ਚਾਹੀਦਾ ਸਿੱਖਾਂ ਨੂੰ? ਅਸੀਂ ਇਹੀ ਦੱਸਣਾ ਕਿ ਸਿੱਖਾਂ ਨੂੰ ਜੀ ਜਿੱਥੇ ਮਰਜ਼ੀ ਆਪਣੇ, ਸਾਡੀ ਕੋਈ ਲੜਾਈ ਕਿਸੇ ਕੋਈ ਧਰਮ ਦੇ ਨਾਲ ਜਾਂ ਕੋਈ ਦੇਸ਼ ਦੇ ਨਾਲ, ਸਾਡੀ ਲੜਾਈ ਹੈਗੀ ਅਨਿਆਏ ਦੇ ਨਾਲ ਜੀ। ਤਾਂ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਅਸੀਂ ਆਪਣਾ ਪ੍ਰਚਾਰ ਕਰੀਏ, ਅਸੀਂ ਆਪਣੀ ਹਿਸਟਰੀ ਪੜ੍ਹੀਏ ਕਿ ਸਾਡੇ ਵੱਡੇ ਵਡੇਰਿਆਂ ਨੇ ਕੀ ਕੀਤਾ, ਜਿੱਦਾਂ ਤਾਂ ਅਸੀਂ ਉਹਨਾਂ ਦੇ ਚਾਲਿਆਂ ਤੇ ਉਹਨਾਂ ਦੇ ਕਦਮਾਂ ਤੇ ਅਸੀਂ ਚੱਲੀਏ ਤਾਂ ਅਸੀਂ ਆਪਣੇ ਜੀਵਨ ਸਫਲ ਕਰੀਏ ਜੀ। ਤੇ ਆਖਰ ਦੇ ਵਿੱਚ ਜਿੱਦਾਂ ਜਿਹੜੇ ਇੱਥੇ ਦੇ ਸਿੱਖ ਨੌਜਵਾਨ ਆ, ਜਿੱਦਾਂ ਤੁਸੀਂ ਆਰਮੀ ਦੀ ਵਰਦੀ 'ਚ ਪੂਰੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਆਰਮੀ 'ਚ ਭਰਤੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਹਾਂਜੀ, ਉਹ ਤਾਂ ਜੀ ਤੁਹਾਨੂੰ ਪਤਾ ਹੀ ਆ, ਖਾਲਸੇ ਦੀਆਂ ਤਿਆਰ ਪਰ ਤਿਆਰ ਹਮੇਸ਼ਾ ਫੌਜਾਂ ਰਹਿਣੀਆਂ ਚਾਹੀਦੀਆਂ ਜੀ। ਜਿੱਦਾਂ ਪਰ ਗੱਲ ਇਹ ਕਿ ਜਿੱਥੇ ਅਸੀਂ ਸਹੁੰ ਖਾਂਦੇ, ਅਸੀਂ ਸੱਚਾਈ ਵਾਸਤੇ ਅਸੀਂ ਹਮੇਸ਼ਾ ਜਿਹੜੀ ਮਰਜ਼ੀ ਅਸੀਂ ਆਰਮੀ ਵਿੱਚ ਹੋਏ, ਪਰ ਅਸੀਂ ਸੱਚਾਈ ਵਾਸਤੇ ਲੜੀਏ। ਤਾਂ ਇਹ ਨਹੀਂ ਕਿ ਕਿਸੇ ਦੇ ਧਰਮ ਖਿਲਾਫ ਜਾਂ ਕਿਸੇ ਦੇ ਨਾਲ ਅਨਿਆਏ ਹੋਵੇ ਜਾਂ ਜੀ। ਧੰਨਵਾਦ ਜੀ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਗੁਰਚਰਨ ਸਿੰਘ ਜੀ ਡਾਰਲਿੰਗਟਨ ਤੋਂ ਆਏ ਹੋਏ ਹਨ। ਅੱਜ ਇੱਥੇ ਤੁਸੀਂ ਕਿਵੇਂ ਪਹੁੰਚੇ ਹੋ? ਅੱਜ ਇੱਥੇ ਅਸੀਂ ਪਹੁੰਚੇ, ਸਾਨੂੰ ਪਤਾ ਲੱਗਾ ਸੀਗਾ ਕਿ ਬਰਮਿੰਘਮ ਦੇ ਵਿੱਚ ਜਿਹੜੇ 1984 ਦੇ ਵਿੱਚ ਦਿੱਲੀ ਵਿੱਚ ਸ਼ਹੀਦ ਕੀਤੇ ਗਏ ਪਰਿਵਾਰਾਂ ਨੂੰ, ਬੇਕਸੂਰਾਂ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ, ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਇੱਥੇ ਕੈਂਡਲ ਮਾਰਚ ਸੀਗਾ। ਉਹਨਾਂ ਨੂੰ ਇੱਕ ਸ਼ਰਧਾਂਜਲੀ, ਸੱਚੀ ਤੇ ਸੁੱਚੀ ਸ਼ਰਧਾਂਜਲੀ ਭੇਟ ਕਰਨ ਲਈ ਅਸੀਂ ਇੱਥੇ ਪਹੁੰਚੇ ਹਾਂ। ਸੋ ਸਾਰੀ ਸੰਗਤ ਨੂੰ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜਾ ਇੱਕ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ, ਉਹ ਕੌਮ ਖਤਮ ਹੋ ਜਾਂਦੀ ਹੈ। ਜਿਹੜਾ ਸਾਡੇ ਤੇ ਇਹ ਅਟੈਕ ਹੋਇਆ ਹੈ, ਕੋਈ ਲੋਕ ਕਹਿੰਦੇ ਦੰਗੇ ਉਹਨਾਂ ਨੂੰ ਕਿਹਾ ਜਾਂਦਾ ਆ ਕਿ ਜਿਹੜੇ ਦੋਵਾਂ ਧਿਰਾਂ ਤੋਂ ਹੋਣ ਆਮਨੇ ਸਾਹਮਣੇ, ਲੇਕਿਨ ਇਹ ਸਾਡੇ ਤੇ ਅਟੈਕ ਕੀਤਾ ਗਿਆ ਆ। ਸਾਨੂੰ ਇਹ ਨਿਹੱਥਿਆਂ ਨੂੰ ਮਾਰਿਆ ਗਿਆ, ਦਿੱਲੀ ਦੇ ਵਿੱਚ ਸ਼ਹੀਦ ਪਰਿਵਾਰਾਂ ਨੂੰ ਕੀਤਾ ਗਿਆ ਆ। ਸੋ ਅਸੀਂ ਅੱਜ ਵੀ ਇਹੋ ਹੀ ਡਿਮਾਂਡ ਕਰਦੇ ਹਾਂ ਕਿ ਸਾਨੂੰ ਕੋਈ ਉਹਨਾਂ ਦਾ ਨਿਆਂ ਮਿਲੇ, ਜਸਟਿਸ ਮਿਲੇ। ਪਰ ਸਿੱਖ ਇਤਿਹਾਸ ਦੇ ਵਿੱਚ ਕਦੀ ਵੀ ਸਾਨੂੰ ਸਿੱਖਾਂ ਨੂੰ ਕਦੀ ਜਸਟਿਸ ਨਹੀਂ ਮਿਲੇ ਹੈਗੇ। ਅਸੀਂ ਇਹੀ ਕਰਦੇ ਹੈਗੇ ਆ ਕਿ ਕਹਿੰਦੇ ਨੇ ਕਿ ਸਿੱਖ ਹਮੇਸ਼ਾ ਹੀ ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਹਣੇ ਪੈਂਦੇ ਆ। ਤੇ ਅਕਾਲ ਚੈਨਲ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ? ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਜਿਵੇਂ ਅਕਾਲ ਚੈਨਲ, ਕਿਉਂਕਿ ਹਮੇਸ਼ਾ ਹੀ ਸਾਡੇ ਦੇ ਕੋਲ ਇੱਕ ਪਹਿਲੇ ਤੂੰ ਘਾਟ ਰਹੀ ਹੈ ਇੱਕ ਸਾਡੇ ਮੀਡੀਆ ਦੀ। ਅੱਜ ਸਾਡੇ ਕੋਲ ਮੀਡੀਆ ਆ, ਅਸੀਂ ਆਪਣੀ ਗੱਲ ਨੂੰ, ਆਪਣੇ ਸ਼ਬਦਾਂ ਨੂੰ, ਆਪਣੀ ਦੁੱਖਾਂ ਨੂੰ ਅਸੀਂ ਦੁਨੀਆ ਭਰ ਵਿੱਚ ਪਹੁੰਚਾ ਸਕਦੇ ਹਾਂ, ਆਪਣੀ ਗੱਲ ਕਹਿ ਸਕਦੇ ਹਾਂ, ਜੋ ਕਿ ਦੂਸਰੇ ਵੀ ਧਰਮਾਂ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਸਾਡੇ ਨਾਲ ਕੀ ਬੀਤਿਆ। ਸੋ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਅਕਾਲ ਚੈਨਲ ਦੀ ਵੀ ਸਪੋਰਟ ਕਰਨੀ ਚਾਹੀਦੀ, ਕਿਉਂਕਿ ਜਿੰਨੇ ਚਿਰ ਇਹਨਾਂ ਦੇ ਕੋਲ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੋਏਗੀ, ਇਹ ਸਾਡੀ ਸੇਵਾ ਨਹੀਂ ਕਰ ਸਕਣਗੇ। ਸਾਡੇ ਉੱਤੇ ਬੀਤੇ ਸਮਿਆਂ ਨੂੰ ਇਹ ਦਰਸਾ ਨਹੀਂ ਸਕਣਗੇ, ਸਾਡੇ ਉੱਤੇ ਕੀ ਹੋ ਰਿਹਾ ਆ, ਸਿੱਖ ਕੌਮ ਤੇ ਕੀ ਹੋ ਰਿਹਾ ਆ, ਇਹ ਸਾਨੂੰ ਫੇਰ ਹੀ ਦਰਸਾ ਸਕਣਗੇ ਕਿ ਜੇਕਰ ਇਹਨਾਂ ਨੂੰ ਸਪੋਰਟ ਹੋਏਗੀ। ਤੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਇਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰੋ, ਡਾਇਰੈਕਟ ਡੈਬਿਟ ਭਰ ਕੇ, ਹੋਰ ਵੀ ਵੱਧ ਤੋਂ ਵੱਧ ਸਾਰੇ ਗੁਰੂ ਘਰਾਂ ਨੂੰ ਵੀ, ਕਿਉਂਕਿ ਗੁਰੂ ਘਰ ਮੇਨ ਹੁੰਦੇ ਆ ਕਿ ਸਿੱਖਾਂ ਦੇ ਕੰਮ ਦੇ ਲਈ।
ਕਿਉਂਕਿ ਸਾਡੇ ਗੁਰੂ ਘਰਾਂ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਚੈਨਲਾਂ ਦੀ ਸਪੋਰਟ ਕਰਨ, ਜੋ ਕਿ ਇਹ ਅੱਗੇ ਤੋਂ ਸਾਨੂੰ ਹੋਰ ਵੀ ਸਾਰੇ ਅਵੇਅਰਨੈਸ ਸਾਡੇ ਆਉਣ ਮਸਲਿਆਂ ਤੇ ਸਾਰੇ ਵਿਚਾਰ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਸਵਰਨਜੀਤ ਸਿੰਘ ਜੀ ਹੁਣਾਂ ਨਾਲ, ਜਿਹੜੇ 1984 ਦੇ ਵਿੱਚ ਇਹਨਾਂ ਨੂੰ ਕਾਫੀ ਪਤਾ ਹੈ ਤੇ ਇਹਨਾਂ ਨੇ ਜਿਹੜੀ ਸਟੇਜ ਆ ਉੱਤੇ ਆਪਣਾ ਲੈਕਚਰ ਵੀ ਦੇ ਕੇ ਆਏ ਆ। ਜਿਹੜਾ 1984 ਵਿੱਚ ਸਿੱਖਾਂ ਦੇ ਨਾਲ ਨਸਲਕੁਸ਼ੀ ਹੋਈ ਆ, ਕਤਲੇਆਮ ਹੋਇਆ, ਗਵਰਨਮੈਂਟਾਂ ਦੇ ਕਰੀਆਂ ਦੰਗੇ ਹੋ ਰਿਹਾ, ਤੁਸੀਂ ਕੀ ਸੋਚਦੇ ਕੀ ਹੋਇਆ? ਦੰਗਾ ਤੇ ਉਹਨੂੰ ਕਹਿੰਦੇ ਆ ਜੇ ਦੋ ਪਾਰਟੀਆਂ ਆਪਸ ਵਿੱਚ ਝਗੜਾ ਕਰ ਰਹੀਆਂ ਹੋਣ। ਇਹ ਦੰਗਾ ਨਹੀਂ ਸੀ, ਇਹਨੂੰ ਰਾਇਟ ਕਹਿੰਦੇ ਆ ਲੋਕ। ਤਾਂ ਇਟ ਵਾਜ਼ਨਟ ਅ ਰਾਇਟ, ਇਟ ਵਾਜ਼ ਅ ਮੈਸੇਕਰ। ਇਟ ਵਾਜ਼ ਆਰਗੇਨਾਈਜ਼ਡ, ਇਟ ਵਾਜ਼ ਮੈਟੀਕੂਲਸਲੀ ਪਲਾਨਡ। ਤੇ ਇਹ ਦੰਗਾ ਨਹੀਂ ਸੀ, ਇਹ ਕਤਲੇਆਮ ਸੀ। ਠੀਕ ਹੈ। ਤੇ ਇਹਨੂੰ ਛੋਟਾ ਘੱਲੂਘਾਰਾ ਸਮਝੋ ਤੁਸੀਂ। ਠੀਕ ਹੈ। ਤੇ ਇਹ ਹਿੰਦੂ ਸਿੱਖਾਂ ਦੇ ਵਿੱਚ ਨਹੀਂ ਸੀ। ਠੀਕ ਹੈ। ਇਹ ਜਿਹੜੀ ਰੂਲਿੰਗ ਪੋਲੀਟੀਕਲ ਪਾਰਟੀ ਸੀ, ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਠੀਕ ਹੈ। ਤੁਹਾਡਾ ਇਸ਼ਾਰਾ ਕਾਂਗਰਸ ਵਾਲੇ? ਬਿਲਕੁਲ ਕਾਂਗਰਸ ਵਾਲੇ, ਬਿਲਕੁਲ ਕਾਂਗਰਸ ਵਾਲੇ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਕਾਂਗਰਸ ਦਾ ਹੱਥ ਸੀ, ਕਿਉਂਕਿ ਜਿਹੜੇ ਲੀਡਰ ਜਿਹੜੇ ਆਇਡੈਂਟੀਫਾਈ ਹੋਏ ਆ ਰਿਪੋਰਟਸ ਵਿੱਚ, ਉਹ ਸਾਰੇ ਕਾਂਗਰਸ ਦੇ ਲੀਡਰ ਹੈ। ਠੀਕ ਹੈ। ਤੇ ਜਿਨ੍ਹਾਂ ਏਰੀਆਜ਼ ਵਿੱਚ, ਜਿਨ੍ਹਾਂ ਇਲਾਕਿਆਂ ਵਿੱਚ ਬੀਜੇਪੀ ਦੇ ਲੋਕ ਸਨ, ਉੱਥੇ ਨਹੀਂ ਹੋਇਆ ਕਤਲੇਆਮ। ਅੱਛਾ ਜੀ। ਇਹ ਕਾਂਗਰਸ ਵੀ ਉਸ ਵੇਲੇ ਦੀ ਕਾਂਗਰਸ, ਉਸ ਵੇਲੇ ਜਿਹੜੇ ਲੀਡਰ ਸੀ, ਉਹਨਾਂ ਦਾ ਕੰਮ ਹੈ। ਇਹ ਵੀ ਪੜ੍ਹਦੇ ਰਹੇ ਆ ਜਾਂ ਅਖਬਾਰਾਂ 'ਚ ਜਿੱਦਾਂ ਨਿਊਜ਼ ਆਉਂਦੀਆਂ ਰਹੀਆਂ, ਜਿੰਨੀਆਂ ਕੁ ਰਿਪੋਰਟਾਂ ਆਉਂਦੀਆਂ ਰਹੀਆਂ, ਭਾਵੇਂ ਉਸ ਵੇਲੇ ਮੀਡੀਆ ਤੇ ਪਾਬੰਦੀ ਸੀ, ਕਿ ਸਿੱਖਾਂ ਦੇ ਘਰਾਂ ਦੇ ਨਿਸ਼ਾਨ ਲਾਏ ਗਏ ਤੇ ਉਹਨਾਂ ਨੂੰ ਕਤਲੇਆਮ ਕੀਤਾ ਗਿਆ। ਇਹ ਸਾਰੀਆਂ ਗੱਲਾਂ ਜਿੱਦਾਂ ਦੁਨੀਆ ਜਾਣਦੀ ਆ, ਪੂਰੀ ਦੁਨੀਆ ਨੂੰ ਵੀ ਪਤਾ, ਪਰ 30 ਸਾਲ ਬਾਅਦ ਵੀ ਭਾਰਤ ਦੀਆਂ ਅਦਾਲਤਾਂ ਵੱਲੋਂ ਇਨਸਾਫ ਨਾ ਮਿਲਣਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੀ ਹੋਇਆ ਉੱਥੇ ਕਿ ਪਲਾਨਿੰਗ ਇਸ ਤਰ੍ਹਾਂ ਕੀਤੀ ਕਿ 3 ਤਰ੍ਹਾਂ ਦੇ ਇਹਨਾਂ ਨੇ ਅਫਵਾਹ ਫੈਲਾਈਆਂ ਗੌਰਮੈਂਟ ਨੇ। ਇੱਕ ਇਹ ਕਿ ਸਿੱਖਾਂ ਨੇ ਪਾਣੀ 'ਚ ਪੋਇਜ਼ਨ ਮਿਲਾਤਾ। ਦੂਜਾ ਕਿ ਪੰਜਾਬ ਤੋਂ ਗੱਡੀਆਂ ਆ ਰਹੀਆਂ, ਉਹਦੇ ਵਿੱਚ ਹਿੰਦੂ ਸਾਰੇ ਮਾਰਤੇ। ਤੇ ਤੀਜਾ ਕਿ ਸਿੱਖ ਮਿਠਾਈ ਵੰਡ ਰਹੇ, ਮਿਸਿਸ ਗਾਂਧੀ ਮੰਨ ਗਏ। ਉਹਨੂੰ ਲਾ ਕੇ ਇਹ ਤੇ ਸਾਰੇ ਵਾਸਤੇ ਸਾਰੇ ਅਫਵਾਹ ਫੈਲਾਈ। ਫਿਰ ਜਿਹੜੇ ਝੁੰਡ ਇਕੱਠੇ ਕੀਤੇ ਬੰਦੇ ਮਰਦਾਂ ਦੇ, ਤੇ ਉਹਨਾਂ ਨੇ ਜਾਣਾ ਬੱਸ ਸਟਾਪ ਤੇ, ਉੱਥੇ ਕੈਨ ਭਰਨੇ ਪੈਟਰੋਲ ਨਾਲ, ਤੇ ਉਹਨਾਂ ਨੂੰ ਪੈਸੇ ਦੇਣੇ, ਨਾਲ ਸ਼ਰਾਬ ਪਿਲਾਣੀ। ਤੇ ਫਿਰ ਰਾਸ਼ਨ ਕਾਰਡ ਦੀ ਲਿਸਟ, ਇੱਥੇ ਇਲੈਕਟੋਰਲ ਲਿਸਟ ਹੁੰਦੀ ਹੈ, ਹਿੰਦੁਸਤਾਨੀ ਰਾਸ਼ਨ ਕਾਰਡ ਦੀ ਲਿਸਟ ਹੁੰਦੀ ਹੈ। ਠੀਕ ਹੈ। ਉਹ ਰਾਸ਼ਨ ਕਾਰਡ ਦੀ ਲਿਸਟ ਤੋਂ ਪਤਾ ਲੱਗਦਾ ਕਿਹੜਾ ਸਿੱਖ ਘਰ ਹੈ। ਉਹਨਾਂ ਨੇ ਰਾਸ਼ਨ ਕਾਰਡ ਦੀ ਲਿਸਟ ਤੋਂ ਫਿਰ ਪਤਾ ਕੀਤਾ ਕਿਹੜੇ ਕਿਹੜੇ ਸਿੱਖ ਦੇ ਘਰ, ਤੇ ਉਹ ਸਿੱਖਾਂ ਦੇ ਘਰ ਜਾਣਾ ਤੇ ਮਰਦਾਂ ਨੂੰ ਬਾਹਰ ਬੁਲਾਣਾ, ਤੇ ਉਹਨਾਂ ਨੂੰ ਤੇ ਕੈਰੋਸਿਨ ਪਾ ਕੇ ਛਾੜ ਦੇਣਾ, ਤੇ ਫਿਰ ਘਰ ਨੂੰ ਅੱਗ ਲਾ ਦੇਣੀ। ਇੱਕ ਰਿਪੋਰਟ ਹੈ ਹੂ ਆਰ ਦ ਗਿਲਟੀ, ਉਹ ਵੈਬ ਤੇ ਅਵੇਲੇਬਲ ਹੈ। ਤੇ ਉਹ 2 ਆਰਗੇਨਾਈਜੇਸ਼ਨ ਸਨ, ਪੀਪਲਜ਼ ਯੂਨੀਅਨ ਆਫ ਡੈਮੋਕ੍ਰੈਟਿਕ ਰਾਈਟਸ ਐਂਡ ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼। ਉਹਨਾਂ ਨੇ ਕਾਫੀ ਇਨਵੈਸਟੀਗੇਸ਼ਨ ਕਰਕੇ ਉਹ ਰਿਪੋਰਟ ਪ੍ਰੋਡਿਊਸ ਕੀਤੀ ਹੈ। ਉਸ ਰਿਪੋਰਟ ਵਿੱਚ ਕਾਫੀ ਡਿਟੇਲ ਦੱਸਿਆ ਕਿਸ ਵੇਲੇ ਕੀ ਹੋਇਆ, ਕਿਹੜੇ ਮੌਬ ਨੂੰ ਕਿਹਨੇ ਲੀਡ ਕੀਤਾ, ਤੇ ਮੌਬ ਨੂੰ ਉਹ ਜਿਹੜਾ ਝੁੰਡ ਸੀ ਉਹਨੂੰ ਕੌਣ ਲੀਡ ਕਰ ਰਿਹਾ ਸੀ। ਜਿਹੜੀ ਪਹਿਲੀ ਰਿਪੋਰਟ ਸੀ ਰੰਗਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ, ਉਹਨੂੰ ਪੜ੍ਹੋ ਤੇ ਰੋਣਾ ਆਉਂਦਾ। ਇੰਨਾ ਬੁਰਾ, ਯਾਨੀ ਉਸ ਤੋਂ ਜ਼ਿਆਦਾ ਬੇਇਨਸਾਫੀ ਹੋ ਨਹੀਂ ਸਕਦੀ ਜੋ ਰੰਗਨਾਥ ਮਿਸ਼ਰਾ ਨੇ ਕੀਤਾ। ਮੇਰਾ ਪਰਸਨਲ ਖਿਆਲ ਇਹ ਹੈ ਕਿ ਜਿਹੜੀ ਚੇਨ ਆਫ ਕਮਾਂਡ ਹੈ ਇਹਨਾਂ ਦੀ, ਇਹ ਮੇਰੇ ਖਿਆਲ ਇੰਨੀ ਉੱਤੇ ਜਾਂਦੀ ਹੈ ਕਿ ਕਿਸੇ ਦੀ ਵੀ ਹਿੰਮਤ ਨਹੀਂ ਪਏਗੀ ਉਹਨੂੰ ਖੋਲ੍ਹਣ ਦੀ, ਉਹਦਾ ਪੂਰਾ ਪਤਾ ਕਰਨ ਦੀ। ਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਲੋਕਾਂ ਨੂੰ ਜਸਟਿਸ ਮਿਲੇਗੀ, ਮੈਨੂੰ ਨਹੀਂ ਲੱਗਦਾ। ਫਿਰ ਕੀ ਕਰਨਾ ਚਾਹੀਦਾ? 30 ਸਾਲ ਬਾਅਦ ਵੀ ਇਨਸਾਫ ਨਾ ਮਿਲਣਾ, ਦੁਨੀਆ ਭਰ ਦੀਆਂ ਅਦਾਲਤਾਂ ਦੇ ਵਿੱਚ, ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਜਾ ਕੇ ਸਿੱਖਾਂ ਨੇ ਪਟੀਸ਼ਨਾਂ ਕੀਤੀਆਂ ਹਨ ਵੀ ਘੱਟੋ ਘੱਟ ਜੇ ਇਨਸਾਫ ਨਹੀਂ, ਇਹ ਤਾਂ ਕਹਿ ਦਿਓ ਕਿ ਜੈਨੋਸਾਈਡ ਹੋਇਆ। ਕੀ ਕਹਿਣਾ ਚਾਹੋਗੇ? ਜੈਨੋਸਾਈਡ ਤਾਂ ਹੋਇਆ। ਮੇਰਾ ਅਗੇਨ ਪਰਸਨਲ ਵਿਊ ਕਿ we must keep the pressure on for seeking justice, but we must not forget the victims. My big worry is that the victims are just thought of once a year. Okay, we can seek justice while doing something for the victims. So see, if you look at the Jews, they never gave up seeking the Nazis, but
they rebuilt their nation. They looked after Jewish diaspora everywhere. They justice, the rehabilitation, though they are not in opposition to each other. We must seek justice, but we must not put all our effort into seeking justice. We must do something for the community that is suffering. ਓਕੇ ਥੈਂਕ ਯੂ ਵੈਰੀ ਮਚ ਪ੍ਰੋਫੈਸਰ ਸਾਹਿਬ Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਕੁਲਵੰਤ ਕੌਰ ਜੀ ਤੁਸੀਂ ਅੱਜ ਇੱਥੇ ਬਰਮਿੰਘਮ ਸਿਟੀ ਸੈਂਟਰ ਦੇ ਵਿੱਚ ਵਿਕਟੋਰੀਆ ਪਲੇਸ 'ਚ ਪਹੁੰਚੇ ਆ ਜਿੱਥੇ ਸਿੱਖ ਜੈਨੋਸਾਈਡ ਦੇ ਸਬੰਧ ਦੇ ਵਿੱਚ ਕੈਂਡਲ ਜਿਹੜੀ ਆ ਉਹ ਲਾਈਟਸ ਕੀਤੀਆਂ ਗਈਆਂ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਸਾਰੇ ਇਕੱਠੇ ਹੋਏ ਆ ਚੇਤਾ ਕਰਨ ਲਈ ਵੀ 84 ਦੇ ਸਾਲ ਦੇ ਵਿੱਚ ਦਿੱਲੀ ਵਿੱਚ ਜੋ ਹੋਇਆ ਆਲਸੋ ਐਕਚੁਅਲੀ ਜੂਨ ਦੇ ਵਿੱਚ ਦਰਬਾਰ ਸਾਹਿਬ ਵੀ ਜੋ ਹੋਇਆ ਉਹਦੇ ਵਾਸਤੇ ਕੋਈ ਨਿਆਂ ਨਹੀਂ ਮਿਲਿਆ ਉਹਦੇ ਪਿੱਛੇ ਬਹੁਤ ਸਾਰੇ ਵਿਕਟਿਮਸ ਅੱਜ ਵੀ ਦਿੱਲੀ ਦੇ ਵਿੱਚ ਹੈਗੇ ਆ ਜਿਨ੍ਹਾਂ ਦਾ ਕੋਈ ਘਰ ਨਹੀਂ ਹੈ ਉਹਨਾਂ ਦੇ ਪਰਿਵਾਰਾਂ ਦੇ ਜੀਆਂ ਦੇ ਨਾਲ ਉਹਨਾਂ ਦੀ ਜਾਨ ਲਈ ਗਈ ਉਹਨਾਂ ਦੀ ਹਾਲਤ ਸਹੀ ਨਹੀਂ ਹੈ ਚੈਰਿਟੀਜ਼ ਜਿਸ ਤਰ੍ਹਾਂ ਸੇਵਾ 84 ਦੀ ਚੈਰਿਟੀ ਹੈ ਉਹਨਾਂ ਦੇ ਸਟੂਡੈਂਟਸ ਨੇ ਜਾ ਕੇ ਵਿਕਟਿਮਸ ਲੱਭੇ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਆ ਇੱਥੇ ਤੱਕ ਵੀ ਕਈ ਜਿਹੜੇ ਪੰਜਾਬੀ ਸਿੱਖ ਬੀਬੀਆਂ ਆ ਉਹਨਾਂ ਨੂੰ ਆਪਣੇ ਬੱਚੇ ਪਾਲਣ ਵਾਸਤੇ ਪ੍ਰੋਸਟੀਟਿਊਸ਼ਨ ਦਾ ਮਜਬੂਰੀ ਰਾਹ ਫੜਨਾ ਪਿਆ ਇਹ ਬਹੁਤ ਸੋਗ ਵਾਲੀ ਗੱਲ ਹੈ ਆਲਸੋ ਉੱਥੇ ਦੀ ਸਰਕਾਰ ਨੇ ਰੈਕਗਨੀਸ਼ਨ ਨਹੀਂ ਦਿੱਤੀ ਜੋ ਦੇਣੀ ਚਾਹੀਦੀ ਸੀ ਨਾ ਪੰਜਾਬ ਸਰਕਾਰ ਨੇ ਦਿੱਤੀ ਨਾ ਦਿੱਲੀ ਦੇ ਨੇ ਦਿੱਤੀ ਇਹ ਇਨਜਸਟਿਸ ਅੱਜ ਵੀ ਹੈ ਤੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਹੈ ਵੀ ਕੁਝ ਹੋਣਾ ਚਾਹੀਦਾ ਵਿਕਟਿਮਸ ਲਈ ਰੈਕਗਨੀਸ਼ਨ ਹੋਣੀ ਚਾਹੀਦੀ ਵੀ ਐਕਚੁਅਲੀ ਨਸਲ ਖੁਸ਼ੀ ਹੋਈ ਆ ਜੈਨੋਸਾਈਡ ਹੋਇਆ ਨਾ ਕਿ ਇਹ ਰਾਈਟਸ ਹੋਏ ਨੇ ਬਹੁਤ ਸਾਰੇ ਜਿਨ੍ਹਾਂ ਨੇ ਇਨਸਟੀਗੇਟ ਕੀਤਾ ਸੀ ਸ਼ੁਰੂ ਕੀਤਾ ਕ੍ਰੀਏਟ ਕੀਤਾ ਇਹ ਜੈਨੋਸਾਈਡ ਉਹ ਅੱਜ ਆਜ਼ਾਦ ਬੈਠੇ ਆ ਉਹਨਾਂ ਨੂੰ ਚੰਗੀਆਂ ਚੰਗੀਆਂ ਕੁਰਸੀਆਂ ਸਰਕਾਰ ਵੱਲੋਂ ਮਿਲੀਆਂ ਦੈਟ ਇਜ਼ ਨਾਟ ਜਸਟਿਸ ਇਹ ਰੋਂਗ ਹੈ ਕਰਪਸ਼ਨ ਹੈ ਉਹਦੀ ਆਵਾਜ਼ ਦੇਣ ਵਾਸਤੇ ਇਕੱਠੇ ਹੋਏ ਆ ਤੇ ਤੁਸੀਂ ਅਕਾਲ ਚੈਨਲ ਰਾਹੀਂ ਸਿੱਖਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਰਨਾ ਚਾਹੀਦਾ ਤੁਸੀਂ ਜਿਹੜੇ ਹਿਊਮਨ ਰਾਈਟਸ ਦਾ ਆ ਬਹੁਤ ਵੱਡਾ ਇਸ਼ੂ ਆ ਜਿਹੜਾ ਵੀ ਆਰਗੇਨਾਈਜੇਸ਼ਨ ਹੈਗਾ ਸਹੀ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਚੱਕਦਾ ਪਲੀਜ਼ ਸਪੋਰਟ ਦਿਓ ਬੈਕ ਕਰੋ ਜਿਹੜੇ ਪੀਪਲਸ ਕੈਂਪੇਨ ਹੈ ਜੇ ਉਹ ਕੇਸਰੀ ਲਹਿਰ ਹੋਵੇ ਜੇ ਉਹ ਹੋਰ ਆਰਗੇਨਾਈਜੇਸ਼ਨ ਹੋਵੇ ਜੇ ਇਹ ਸਿੱਖ ਮੀਡੀਆ ਵੱਲੋਂ ਹੋਵੇ ਪਲੀਜ਼ ਸਪੋਰਟ ਕਰੋ ਉਸ ਚੀਜ਼ ਨੂੰ ਆਪਾਂ ਕਿਤੇ ਨਾ ਕਿਤੇ ਇਹਦਾ ਪ੍ਰੋਗਰੈਸ ਹੋਊਗਾ ਤੇ ਆਵਾਜ਼ ਕੁਝ ਹੋਰ ਬਣੇਗੀ ਇਹਦਾ ਕੋਈ ਫਤਿਹ ਮਿਲੇਗੀ ਐਂਡ ਆਫ ਦ ਡੇ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vaheguru Ji Ka Khalsa, Vaheguru Ji Ki Fateh. Sat Sangat Ji, I'm here with Gurinder Singh Johnson from Sikh Council UK, and we're just going to ask him about this event, what his opinions on it are, and the significance he thinks this event holds. So, Gurinder Singh, what do you think is good about this event in particular? Okay, Vaheguru Ji Ka Khalsa, Vaheguru Ji Ki Fateh. I think this event is really important because one of the things we've learned from the Jewish experience with the Holocaust is that the 30-year anniversary is really important. It's about the 30 years when people who were directly involved at the time, they're getting older, they're passing on, they're not so active in terms of remembrance activities, and so at about this time we need that transition to a new generation who can do events, who can keep that light alive, and I think this event is absolutely fantastic. We've got some young people who are really engaged, who are really ambitious in terms of the events they're putting on, and it is all about remembrance. It is about keeping the light alive in the eyes of the community, but also about spreading the word wider about why 1984 is so important to Sikhs, and also the lack of justice that has happened from that, and what we need from that. I mean, I must say that's the first time I've actually acknowledged that and heard that this is about the transition from the first generation to the next. I've never viewed it like that, and it's really good that you've said that, and it's very poignant that you're saying 30 years is the time to do it because people are, as you say, passing away, getting old, and so we've got to pass that baton on. That light has got to carry on. And you're saying this is unique as well because it's outside. So what do you think? Do you think it takes a little bit of courage for people when they initially set these stalls up and we're not all here and start giving it to strangers? That's brilliant because we've taken it out the four walls of the Gurdwara. We like that comfort zone enough, which we think even there we don't do enough. But isn't it nice that they have that courage to bring it out? It is, and they've got the courage and they've got the passion as well, and they also have a really strong belief that this is something really important. The lack of justice, the fact that this happened in India, thousands of miles away, it could be very distant, and many of us don't have a direct link in terms of relatives or whatever that would involve. But the fact that people are prepared to keep that light alive
purely and simply, because that these were Sikhs who were attacked. But also, one of the speakers on the stage earlier said, as Sikhs, it doesn't matter to us that these are Sikhs. If there was a genocidal program of this kind anywhere in the world, as Sikhs, we will be outraged and we will be demanding justice. But this happened to our own people, and it is something that we need to, if we're not going to step up to the plate, then nobody else will keep it alive. Actually, that's a very good point. I noticed you got a poppy on, and that is to remember the people who passed away for the First World War, the Second World War, fighting tyranny. And I have to say, I'm really glad to see that you've got that, but you haven't got a double standard you'll remember those people, but when it comes to the genocide and the Sikhs that passed away there, you're also remembering them. So basically what you're saying is, if there's injustice, if there's innocent lives lost, you're going to remember them regardless. Absolutely, and that's something about as a Sikh. When Guru Gobind Singh Ji, the whole idea about the Amrit Sanchar ceremony was about to create a community who could be identified in Sikhs. So we can't pass by on the other side of the road. We do stop and we do take notice and we do say, actually, this is wrong. We're gonna stand up for right here. And being this happened with Sikhs themselves, and there hasn't been any shred of justice towards those people. We know the stories about the widow colonies and about all those people who died and their family. They've never received any justice, and we have to keep that light alive. We have to keep lobbying for that justice. And if we can also take the message out to the wider community as well, educate people about what happened with Sikhs, because a lot of people don't know. We lived in the UK 30, 40, 50 years now, the Sikh community has, but they don't know about Sikhs. They don't understand it, and we still have issues nowadays. And we're a well-integrated community in this country, and if we do need to step up, and we do need to find other ways of taking that message out. And this event is absolutely fabulous to do that. Brilliant, thank you very much. So Satsang, two key messages: passing it on to the second generation, because the first generation, the first period is disappearing, and also spreading it wider message. You can see why this young man's in the Sikh Council UK. Thank you very much. Vaheguru Ji Ka Khalsa, Vaheguru Ji Ki Fateh. Hanji, Satsang Ji, so we've got a councillor now, Preet Kaur Gill, who's with us, and get her views on this event and on 1984 in general. So thank you for coming. What's your view on this event and 84 in general? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਇਹ ਖਿਆਲ ਆ ਕਿ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਆਉਣ ਵਾਲੀ ਪਨੀਰੀ ਨੂੰ 1984 ਵਾਲੇ ਜ਼ਰੂਰ ਦੱਸਿਓ। ਸਾਡੇ ਪਿਤਾ ਜੀ ਸਰਦਾਰ ਦਲਜੀਤ ਸਿੰਘ ਸ਼ਰਕਿਲ ਉਹਨਾਂ ਨੇ ਸਾਨੂੰ ਇਸ ਗੱਲ ਦਾ ਸਾਰਾ ਹਿਸਟਰੀ ਦਾ ਸਾਨੂੰ ਦੱਸਿਆ ਸੀਗਾ, ਤੇ ਅਸੀਂ ਅੱਜ ਇੱਥੇ ਆ ਸਕਦੇ ਹਾਂ, ਸਾਡੇ ਬੱਚਿਆਂ ਨੂੰ ਸਿਖਾ ਸਕਦੇ ਵੀ ਕੀ ਹੋਇਆ ਸੀਗਾ, ਕਿਹੜੇ ਜ਼ੁਲਮ ਹੋਏ ਸੀਗੇ। ਹੁਣ 30 ਸਾਲ ਬਾਅਦ ਅਸੀਂ ਇਨਸਾਫ ਚਾਹੁੰਦੇ ਹਾਂ ਨਾ, ਤੇ ਬਹੁਤ ਇੰਪੋਰਟੈਂਟ ਆ ਕਿ ਅਸੀਂ ਇਸ ਮਸਲੇ ਨੂੰ, ਲੋਕੀ ਕਹਿੰਦੇ ਆ ਕਿ ਤੁਸੀਂ ਹਰ ਵੇਲੇ ਇਹ ਗੱਲ ਨੂੰ ਤੁਸੀਂ ਤਾਜ਼ਾ ਲੈ ਕੇ ਆਉਂਦੇ, ਪਰ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਸਿੱਖ ਕੌਮ ਦੇ ਨਾਲ ਇੰਨੀਆਂ ਅਨਾਇਤਾਂ ਹੋਈਆਂ ਪੰਜਾਬ ਦੇ ਵਿੱਚ ਤੇ ਹਾਲੇ ਵੀ ਹੋ ਰਹੀਆਂ ਸੋ ਸਾਨੂੰ ਇਸ ਚੀਜ਼ ਦੀ ਜੋ ਅੱਜ ਹੋ ਰਿਹਾ ਬਹੁਤ ਮੈਨੂੰ ਮਾਣ ਆ ਕਿ ਅਸੀਂ ਆ ਸਕਦੇ ਆ ਤੇ ਅਸੀਂ ਇਸ ਬਾਰੇ ਗੱਲਬਾਤ ਕਰ ਸਕਦੇ, ਲੋਕਾਂ ਨੂੰ ਦੱਸ ਸਕਦੇ ਆ ਇਸ ਕੰਟਰੀ ਦੀ ਜਿਹੜੀ ਮੁਲਕ ਹੈ, ਜਿਹੜੀ ਗਵਰਨਮੈਂਟ ਆ, ਉਹਨਾਂ ਨੂੰ ਵੀ ਅਸੀਂ ਪੁੱਛ ਗਿੱਛ ਸਕਦੇ ਵੀ ਸਾਡੇ ਨਾਲ ਕਿਉਂ ਨਹੀਂ ਇਨਸਾਫ ਮਿਲਦਾ ਸਾਨੂੰ। That's really good to hear। ਜਿੱਦਾਂ ਹੁਣ ਤੁਸੀਂ ਕਹਿੰਦੇ ਤੁਸੀਂ ਇੱਥੇ ਸੇਵਾ ਕਰਦੇ ਆ ਸੰਗਤ ਲਈ, ਇੱਥੇ ਤੁਸੀਂ ਕਾਉਂਸਲਰ ਆ, ਤੁਸੀਂ ਇਹਨਾਂ ਦਾ ਭਲਾ ਚਾਹੁੰਦੇ ਆ, ਉਹਦਾ ਤੁਸੀਂ ਸਰਬਤ ਦਾ ਭਲਾ ਚਾਹੁੰਦੇ, ਤੁਸੀਂ ਸਿੱਖਾਂ ਦਾ ਵੀ ਭਲਾ ਚਾਹੁੰਦੇ, ਤੁਸੀਂ ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ ਉਹਨਾਂ ਦਾ ਵੀ ਭਲਾ ਚਾਹੁੰਦੇ ਆ। ਤੇ ਜਦੋਂ ਤੁਸੀਂ ਕਹਿੰਦੇ ਆ ਸਰਬਤ ਦਾ ਭਲਾ, ਤੁਸੀਂ ਐਦਾਂ ਕਹਿੰਦੇ ਆ ਬਈ ਸਰਬਤ ਦਾ ਭਲਾ ਅਸਲੀ ਹੋਣਾ ਚਾਹੀਦਾ, ਐਦਾਂ ਨਹੀਂ ਸਰਬਤ ਦਾ ਭਲਾ ਬਟ ਟੂ ਦੀ ਐਕਸਕਲੂਜਨ ਆਫ ਦ ਸਿੱਖਸ, ਅਸੀਂ ਸਿੱਖਾਂ ਦਾ ਨਹੀਂ ਸੋਚਣਾ। ਸੋ ਜਿਹੜਾ ਤੁਹਾਡੇ ਵਿੱਚ ਜਿਹੜਾ ਉਹ ਜਜ਼ਬਾ ਆ ਉਹ ਸਾਰਿਆਂ ਲਈ ਆ, ਇਕੱਲੇ ਤੁਹਾਡੇ ਕੰਸਟੀਚੂਐਂਸੀਜ਼ ਨਹੀਂ ਨਾਟ ਜਸਟ ਐਜ਼ ਅ ਕਾਉਂਸਲਰ, ਇੱਕ ਇਨਸਾਨ ਦੇ ਤੌਰ ਤੇ ਤੁਸੀਂ ਸਾਰਿਆਂ ਦਾ ਸੋਚਦੇ। I mean, ਸਿੱਖ ਕੌਮ ਇੱਦਾਂ ਦੀ ਆ ਕੌਮ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਇਹ ਆਈ ਥਿੰਕ ਅਸੀਂ ਬਹੁਤ ਲੱਕੀ ਆ ਕਿ ਅਸੀਂ ਸਿੱਖ ਪੈਦਾ ਹੋਏ ਆ, ਕਿ ਅਸੀਂ ਦੁਨੀਆ ਵਿੱਚ ਸਾਰਿਆਂ ਦਾ ਹਿਊਮੈਨਿਟੀ ਬਾਰੇ ਅਸੀਂ ਸੋਚਦੇ ਹਾਂ। ਹੁਣ ਖਾਲਸਾ ਏਡ ਵਾਲੇ ਦੇਖੋ ਕਿੱਥੇ ਨਹੀਂ ਜਾਂਦੇ ਜਿੰਨੇ ਵੀ ਦੁਨੀਆ ਦੇ ਵਿੱਚ ਪ੍ਰੋਬਲਮਸ ਆਏ ਹੈ ਉਹ ਸਿੱਖ ਆਣ ਕੇ ਜ਼ਰੂਰ ਆਪਣਾ ਉਹਨਾਂ ਦੇ ਨਾਲ ਜਿੱਦਾਂ ਹਮਦਰਦੀ ਸਮਝਦੇ ਆ ਤੇ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਆ। ਇੱਦਾਂ ਆ ਕਿ ਸਾਡੇ ਕੰਸਟੀਚੂਐਂਟਸ ਹਨ ਬਹੁਤ ਸਿਰਫ ਸਿੱਖ ਨਹੀਂ ਰਹਿੰਦੇ, ਸਾਰੇ ਲੋਕ ਰਹਿੰਦੇ ਆ, ਸਾਰਿਆਂ ਦੇ ਨਾਲ ਅਸੀਂ ਚਾਹੁੰਦੇ ਕਿ ਸਾਰਿਆਂ ਦੇ ਨਾਲ ਫੇਅਰਨੈਸ ਹੋਣੀ ਚਾਹੀਦੀ ਆ। ਅਸੀਂ ਇਹ ਨਹੀਂ ਕਹਿ ਰਹੇ ਕਿ 1984 ਜੋ ਹੋਇਆ ਸਿੱਖਾਂ ਦੇ ਨਾਲ ਸਿਰਫ ਹੋਇਆ, ਅਸੀਂ ਕਹਿੰਦੇ ਕਿ ਜਿੱਥੇ ਵੀ ਇੱਦਾਂ ਇਨਜਸਟਿਸ ਹੁੰਦੀ ਆ ਸਿੱਖ ਨਾਲ ਖੜ ਕੇ ਉਹ ਸਹਿਮਤ ਆ ਕਿ ਦੁਨੀਆ ਦੇ ਵਿੱਚ ਜਸਟਿਸ ਹੋਣੀ ਚਾਹੀਦੀ ਆ। ਤੇ ਸਿੱਖੀ ਕੌਮ ਇੰਨੀ ਵਧੀਆ ਆ ਕਿ ਅਸੀਂ ਬੱਚਿਆਂ ਨੂੰ ਦੱਸੀਏ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਕਿ ਅਸੀਂ ਕਿੰਨੇ ਜ਼ੁਲਮ ਲੜੇ ਪਰ ਅਸੀਂ ਹਿਊਮੈਨਿਟੀ ਤੌਰ ਦੇ ਵਿੱਚ ਅਸੀਂ ਸਾਰੇ ਦੁਨੀਆ ਵਿੱਚ ਸਹਿਮਤ ਆ ਕਿ ਸਰਬੱਤ ਦਾ ਭਲਾ ਜ਼ਰੂਰ ਹੋਵੇ। ਥੈਂਕ ਯੂ ਜੀ। ਸੋ ਸਾਧ ਸੰਗਤ ਜੀ, ਤੁਸੀਂ ਦੇਖ ਲਿਆ ਦੂਜੀ ਪੀੜ੍ਹੀ ਪੜ੍ਹੇ ਲਿਖੇ ਇੱਥੇ ਜੰਮੇ, ਇਹ ਵੀ ਜੁੜੇ ਆ ਇਸ ਜਿਹੜੇ ਸੰਘਰਸ਼ ਦੇ ਨਾਲ, ਤੇ ਨਾਲ
ਇਹ ਤੋਂ ਜ਼ਿਆਦਾ ਜਿਹੜੀ ਨੈਕਸਟ ਪੀੜ੍ਹੀ ਆ ਉਹਨਾਂ ਨੂੰ ਵੀ ਨਾਲ ਲਿਆਇਆ ਤੇ ਨਾਲ ਲਿਆਈ ਆ। ਤੇ ਫਿਰ ਇਹੀ ਤਾਂ ਗੱਲ ਆ ਨਾ, ਜਿੱਦਾਂ ਅਸੀਂ ਹੁਣ ਗਾਹ ਤੋਰਨਾ, ਜਿੰਨੇ ਵੀ ਪੀੜ੍ਹੀਆਂ ਆਉਂਦੇ ਆ ਉਹਨਾਂ ਨੂੰ ਇਹ 84 ਦੀ ਯਾਦ ਰੱਖਣੀ ਪਊਗੀ। ਤੇ ਇੱਕ ਅਖੀਰਲੀ ਚੀਜ਼ ਮੈਂ ਕਹੂੰਗਾ, ਜਿੱਦਾਂ ਹੁਣ ਅਸੀਂ ਸੋਚਦੇ ਆ ਜਿਹੜੇ ਬੰਦੇ ਆ ਉਹੀ ਸਿਰਫ 84 ਬਾਰੇ ਬੋਲ ਸਕਦੇ ਆ, ਉਹਦਾ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਵੀ ਆਪਣੇ ਜਿਹੜੇ ਵਿਰਸਾ ਆ ਉਹਨਾਂ ਨੂੰ ਵੀ ਉਹ ਵੀ ਸਾਂਭਦੇ ਆ ਤੇ ਉਹ ਵੀ ਇੱਥੇ ਖੜੇ ਆ। ਸੋ ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਸਿੱਖ ਫੈਡਰੇਸ਼ਨ ਯੂਕੇ ਦੇ ਚੀਫ ਆਰਗੇਨਾਈਜ਼ਰ ਭਾਈ ਹਰਦੀਪ ਸਿੰਘ ਜੀ ਖੜੇ ਹਨ। ਭਾਈ ਹਰਦੀਪ ਸਿੰਘ ਜੀ, ਅੱਜ 30 ਸਾਲ ਹੋ ਗਏ ਹਨ ਜਿਹੜਾ 1984 ਦੇ ਵਿੱਚ ਦਿੱਲੀ ਤੇ ਹੋਰ ਦੇਸ਼ ਦੇ ਭਾਗਾਂ 'ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਿਹਨੂੰ ਆਪਾਂ ਅਕਾਲ ਤਖਤ ਵੱਲੋਂ ਵੀ ਨਸਲਕੁਸ਼ੀ ਦਾ ਨਾਂ ਦਿੱਤਾ ਗਿਆ। ਕੀ ਕਹਿਣਾ ਚਾਹੁੰਦੇ ਜਿਹੜੇ ਇੱਥੇ ਟਾਊਨ ਦੇ ਵਿੱਚ ਆਏ ਆ, ਨੌਜਵਾਨ ਇਕੱਠੇ ਹੋਏ ਆ, ਤੇ ਪਿਛਲੇ 30 ਸਾਲਾਂ ਦੇ ਐਕਸਪੀਰੀਅੰਸ ਤੋਂ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਐਡਾ ਵੱਡਾ ਇਕੱਠ ਨੌਜਵਾਨਾਂ ਦਾ ਦੇਖ ਕੇ ਮੈਨੂੰ ਇਹ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ, ਜਿਹੜਾ ਇਹਨਾਂ ਨੇ ਇੰਨਾ ਭਾਰੀ ਜੁਰਮ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਸੀਗਾ, ਉਸ ਗੱਲ ਨੂੰ ਆਪਾਂ 30 ਸਾਲ ਸਟੇਜਾਂ ਤੇ ਲਈ ਫਿਰਦੇ ਰਹੇ ਹਾਂ। ਇੰਗਲੈਂਡ ਦੀਆਂ ਮਤਲਬ ਲੰਡਨ ਦੀਆਂ ਗਲੀਆਂ ਵਿੱਚ ਜਾ ਕੇ ਵੀ ਇਹ ਗੱਲ ਪ੍ਰਚਾਰਦੇ ਰਹੇ ਹਾਂ ਕਿ ਸਿੱਖਾਂ ਨਾਲ ਬਹੁਤ ਭਾਰੀ ਮਤਲਬ ਕਤਲੇਆਮ ਕੀਤਾ ਗਿਆ, ਔਰ ਕਿਸੇ ਨੇ ਵੀ ਕਿਤੇ ਇਨਸਾਫ ਨਹੀਂ ਜਿੱਥੇ ਮੰਗਿਆ ਕਿਤੇ ਨਹੀਂ ਅੱਜ ਤੱਕ ਮਿਲਿਆ। ਪਰ ਇੱਕ ਗੱਲ ਜ਼ਰੂਰ ਹੋਈ ਆ ਵੀ ਉਹ ਗੱਲ ਨੂੰ ਜੇ ਆਪਾਂ 30 ਸਾਲ ਜਾਗਦੀ ਰੱਖਿਆ, ਅੱਜ ਦੇ ਇਸ ਨੌਜਵਾਨਾਂ ਦੇ ਇਕੱਠ ਵਿੱਚੋਂ ਆਪਣੇ ਮਨ ਨੂੰ ਇਹ ਬੜੀ ਤਸੱਲੀ ਹੁੰਦੀ ਆ ਵੀ ਉਹ ਗੱਲ ਨੂੰ ਹੁਣ ਆਉਣ ਵਾਲੀ ਜਨਰੇਸ਼ਨ ਨੇ ਫੜ ਲਿਆ। ਜਿਹੜਾ ਇੰਨਾ ਕਤਲੇਆਮ ਹੋਇਆ ਇਹ ਗੱਲ ਹੁਣ ਇੱਥੇ ਖਤਮ ਨਹੀਂ ਹੋ ਜਾਣੀ ਹੈਗੀ। ਜੇ ਆਪਾਂ ਦੇਖਦੇ ਟੈਲੀਵਿਜ਼ਨ ਉੱਤੇ ਦੇਖੋ, ਬਾਅਦ ਤੁਸੀਂ ਜੋ ਦਿਖਾ ਰਹੇ ਆ ਦੇਖ ਕੇ ਤੁਹਾਡਾ ਮਨ ਭਰ ਜਾਂਦਾ ਵੀ ਇੰਨਾ ਭਾਰੀ ਜ਼ੁਲਮ ਕੀਤਾ ਕੌਮ ਦੇ ਉੱਤੇ। ਔਰ 30 ਸਾਲ ਦੇ ਵਿੱਚ ਦੇਖੋ ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਦਿਨ ਦਿਹਾੜੇ ਨੰਗਾ ਨਾਚ ਨੱਚਿਆ ਗਿਆ, ਮਤਲਬ 3-4 ਦਿਨ ਇਹਨਾਂ ਕਤਲੇਆਮ ਕੀਤਾ, ਘਰਾਂ 'ਚ ਬੈਠੇ ਸਿੱਖਾਂ ਨੂੰ ਖੋਹ ਕੇ ਮਾਰ ਦਿੱਤਾ ਗਿਆ। ਆਪਾਂ 30 ਸਾਲ ਪੂਰਾ ਜ਼ੋਰ ਲਾਇਆ, ਕਿਤੇ ਇਨਸਾਫ ਦੀ ਕੋਈ ਕਰਨ ਨਹੀਂ ਦਿਖਦੀ ਸੀ ਨਹੀਂ ਆਪਾਂ ਨੂੰ, ਕਿਤੇ ਉਹ ਇਨਸਾਫ ਨਹੀਂ ਮਿਲਿਆ। ਪਰ ਇੰਨਾ ਜ਼ਰੂਰ ਆ ਬਈ ਮਹਾਰਾਜ ਦੇ ਘਰ ਵਿੱਚ ਦੇਰ ਆ ਹਨੇਰ ਨਿਗਾ, ਜੇ ਉਹ ਗੱਲ ਨੂੰ ਲੈ ਕੇ ਤੁਰੇ ਸੀਗੇ ਅੱਜ ਬੜੇ ਜ਼ੋਰਾਂ ਸ਼ੋਰਾਂ ਨਾਲ ਸਾਰੇ ਵਰਲਡ ਵਿੱਚ ਆਪਾਂ ਦੇਖਦੇ ਹਾਂ ਦਿਨੋਂ ਦਿਨ ਗੱਲ ਵੱਧਦੀ ਜਾ ਰਹੀ ਆ ਔਰ ਵੱਧਦੀ ਜਾਊਗੀ। ਇਸੇ ਤਰ੍ਹਾਂ ਮੀਡੀਆ ਦਾ ਬੜਾ ਯੋਗਦਾਨ ਇਹਦੇ ਵਿੱਚ ਹੈਗਾ ਆ ਖਾਸ ਕਰਕੇ। ਹਾਂਜੀ ਭਾਈ ਹਰਦੀਪ ਸਿੰਘ ਜੀ, ਅਕਾਲ ਚੱਲਣ ਰਾਹੀਂ ਪੂਰੀ ਦੁਨੀਆ ਦੇ ਲੋਕਾਂ ਨੂੰ, ਸਿੱਖ ਕੌਮ ਨੂੰ ਖਾਸ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੇ ਆਪਣੀ ਜਥੇਬੰਦੀ ਨੂੰ? ਦੇਖੋ, ਮੈਂ ਸਾਰੀ ਦੁਨੀਆ ਦੇ ਸਿੱਖਾਂ ਨੂੰ ਇਹ ਬੇਨਤੀ ਰੂਪ ਵਿੱਚ ਕਹੂੰਗਾ ਵੀ ਸਿੱਖੋ, ਆਪਾਂ ਸਿੱਖਾਂ ਦੇ ਘਰ ਜਨਮ ਲਿਆ ਆ, ਸਿੱਖਾਂ 'ਤੇ ਬੜਾ ਭਾਰੀ ਜ਼ੁਲਮ ਹੋਇਆ ਆ। ਇਸ ਗੱਲ ਨੂੰ ਆਉਣ ਵਾਲੇ ਆਪਣੇ ਬੱਚਿਆਂ ਨੂੰ ਵੀ ਦੱਸ ਜਿਓ, ਕਿਸੇ ਨੇ ਇਹ ਗੱਲ ਨੂੰ ਭੁੱਲਣਾ ਨਹੀਂਗਾ ਔਰ ਡਟ ਕੇ ਕੌਮ ਦਾ ਸਾਥ ਦੇਣਾ ਆ। ਕਤਲੇਆਮ ਜਿਹੜਾ ਲੋਕਾਂ ਨੇ ਕੀਤਾ ਉਹਨਾਂ ਨੂੰ ਕਚਹਿਰੀਆਂ ਵਿੱਚ ਖੜੇ ਕਰਨਾ ਆ ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ, ਆਉਣ ਵਾਲੇ ਸਮੇਂ ਵਿੱਚ ਮੁੜ ਕੇ ਇਹੋ ਜਿਹਾ ਕੋਈ ਕੰਮ ਨਾ ਹੋਵੇ। ਇਸ ਗੱਲ ਨੇ ਇੱਕ ਅਹਿਸਾਸ ਜ਼ਰੂਰ ਸਿੱਖਾਂ ਨੂੰ ਕਰਵਾ ਦਿੱਤਾ ਕਿ ਜੇ ਸਿੱਖ ਆਜ਼ਾਦ ਹੁੰਦੇ ਅੱਜ ਉਹ ਕੰਮ ਨਾ ਹੁੰਦਾ ਜੋ ਦਿੱਲੀ ਵਿੱਚ ਹੋਇਆ। ਸਿੱਖਾਂ ਨੂੰ ਆਪਣਾ ਘਰ, ਸਿੱਖਾਂ ਨੂੰ ਆਪਣੀ ਸਟੇਟ, ਸਿੱਖ ਸਟੇਟ ਖਾਲਿਸਤਾਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਖਾਸ ਕਰਕੇ ਮੈਂ ਜਿਹੜਾ ਮੇਨ ਸੁਨੇਹਾ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਸਮੁੱਚੇ ਸਿੱਖ ਸਮਾਜ ਨੂੰ, ਆਪਣੇ ਮੀਡੀਆ ਨੂੰ ਡਟ ਕੇ ਤਖੜਾ ਕਰੋ ਤਦੇ ਸਿੱਖਾਂ ਦੀ ਗੱਲ ਜਿਹੜੀ ਬਾਹਰ ਜਾਣੀ ਆ। ਨਹੀਂ ਤਾਂ ਅੱਜ ਤੱਕ ਸਿੱਖਾਂ ਨੂੰ ਮਾਰਿਆ ਗਿਆ, ਕੁੱਟਿਆ ਗਿਆ, ਪਰ ਸਿੱਖਾਂ ਦੀ ਬਾਜ਼ ਦਵਾ ਲਈ ਗਈ, ਬਾਹਰ ਨਿਕਲਣ ਦਿੱਤੀ ਗਈ। ਸੋ ਇਸ ਕਰਕੇ ਸਾਰੀ ਸਮੁੱਚੀ ਕੌਮ ਨੂੰ ਇਹ ਬੇਨਤੀ ਆ, ਆਪਣੇ ਛੋਟੇ ਛੋਟੇ ਗੁੱਸੇ ਕੱਢ ਕੇ ਛੱਡ ਕੇ ਇਕਮੁੱਠ ਹੋ ਕੇ ਕੌਮ ਦੀ ਡਟ ਕੇ ਹਮਾਇਤ ਕਰੋ ਤੇ ਮੀਡੀਆ ਨੂੰ ਡਟ ਕੇ ਤਖੜਾ ਕਰੋ ਤਾਂ ਕਿ ਸਿੱਖਾਂ ਦੀ ਗੱਲ ਸਾਰੇ ਸੰਸਾਰ ਵਿੱਚ ਪਹੁੰਚ ਸਕੇ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ। ਹੁਣ ਸਾਡੇ ਨਾਲ ਭਾਈ ਦਵਿੰਦਰਜੀਤ ਸਿੰਘ ਜੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਹਨ। ਭਾਈ ਦਵਿੰਦਰ ਸਿੰਘ ਜੀ, ਜੈਨੋਸਾਈਡ ਹੋਏ ਨੂੰ 30 ਸਾਲ ਹੋ ਗਏ, ਸਿੱਖਾਂ ਦੇ ਨਾਲ ਇਨਸਾਫ ਹਾਲੇ ਤਾਂ ਨਹੀਂ ਮਿਲਿਆ, ਭਾਵੇਂ ਆਪਾਂ ਇੱਥੇ ਕੈਂਡਲ ਵਿਜਲ ਵੀ ਕਰ ਰਹੇ ਹਾਂ, ਇਹਦਾ ਕਰਨ ਦਾ ਕੀ ਫਾਇਦਾ ਤੁਹਾਨੂੰ? ਭਾਈ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਕਹਿੰਦੇ ਵੀ ਸਿੱਖਾਂ ਨਾਲ ਜੈਨੋਸਾਈਡ ਹੋਇਆ 30 ਸਾਲ ਪਹਿਲਾਂ। ਜੇ ਆਪਾਂ ਅੱਜ ਦੀ ਇੰਡੀਆ ਦੀ ਸਰਕਾਰ ਦੇਖੀਏ, ਨਰਿੰਦਰ ਮੋਦੀ ਤੇ ਜਿਹੜੇ ਉਹਨਾਂ ਨਾਲ ਬੰਦੇ ਸੀ ਉਹਨਾਂ ਨੇ ਆਪ ਕਿਹਾ ਇਲੈਕਸ਼ਨ ਤੋਂ ਪਹਿਲਾਂ ਵੀ ਜੋ ਕੁਛ ਸਿੱਖਾਂ ਨਾਲ ਹੋਇਆ ਸੀ ਉਹ ਜੈਨੋਸਾਈਡ ਸੀ। ਠੀਕ ਹੈ। ਤਾਂ ਨਰਿੰਦਰ ਮੋਦੀ ਨੇ ਇੱਥੇ ਤੱਕ ਵੀ ਕਿਹਾ ਸੀ ਵੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਪਰ ਅੱਜ ਸਿੱਖਾਂ ਨੂੰ ਸੋਚਣਾ ਪਊਗਾ ਵੀ ਐਕਚੁਅਲੀ ਜਿਹੜਾ ਮਾਹੌਲ ਇੰਡੀਆ ਵਿੱਚ ਬਣਿਆ, ਭਾਵੇਂ ਉਹਨਾਂ ਨੇ ਇਸ ਹਫ਼ਤੇ ਅਨਾਉਂਸਮੈਂਟ ਵੀ ਕੀਤਾ ਵੀ ਅਸੀਂ ਪੈਸੇ ਦੇਵਾਂਗੇ, ਪਰ ਉਹਨਾਂ ਨੇ ਕੋਈ ਗੱਲ ਜੈਨੋਸਾਈਡ ਨਹੀਂ ਕੀਤੀ, ਕੋਈ ਗੱਲ ਨਹੀਂ ਕੀਤੀ ਵੀ ਇਨਵੈਸਟੀਗੇਸ਼ਨ ਹੋਊਗੀ। ਤਾਂ ਉਹਦੇ ਵਿੱਚ ਸ਼ਰੇਆਮ ਇਹ ਲੱਗਦਾ ਵੀ ਜਿਹੜੀ ਹੁਣ ਦੀ ਵੀ ਇੰਡੀਆ ਸਰਕਾਰ ਆ ਉਹ ਚਾਹੁੰਦੀ ਨਹੀਂ ਵੀ ਜੇ ਅਸੀਂ 1984 ਦੀ ਗੱਲ ਖੋਲ੍ਹਦੇ ਫਿਰ ਗੁਜਰਾਤ ਦੀ 2002 ਉਹ ਵੀ ਖੁੱਲੂਗੀ। ਪਰ ਆਪਣਾ ਫਰਜ਼ ਬਣਦਾ ਵੀ ਜਿੱਦਾਂ ਆਪਾਂ ਅੱਜ ਇੱਥੇ ਇਕੱਠੇ ਹੋਏ ਹਾਂ ਬਰਮਿੰਘਮ ਵਿੱਚ, ਵੀ ਆਪਾਂ ਸਿੱਖਾਂ ਦੀ ਆਵਾਜ਼ ਬਣੀਏ ਬਾਹਰਲੇ ਦੇਸ਼ਾਂ ਵਿੱਚ ਕਰਕੇ। ਆਪਾਂ ਇੱਥੇ ਦੀਆਂ ਸਰਕਾਰਾਂ ਨੂੰ ਤੇ ਬਾਹਰਲੀਆਂ ਸਰਕਾਰਾਂ ਨੂੰ ਦੱਸੀਏ ਵੀ ਜਿਹੜਾ ਨਰਿੰਦਰ ਮੋਦੀ ਤੇ ਉਹਨਾਂ ਦੇ ਬੰਦੇ ਕਹਿੰਦੇ ਵੀ ਜੈਨੋਸਾਈਡ ਹੋਇਆ। ਜਦੋਂ ਜੈਨੋਸਾਈਡ ਦੁਨੀਆ ਮੰਨੂਗੀ ਫਿਰ ਬਾਹਰਲੇ ਦੇਸ਼ਾਂ ਨੂੰ ਦਖਲਅੰਦਾਜ਼ੀ ਕਰਨੀ ਪਊਗੀ। ਤੇ ਅਕਾਲ ਚੱਲ ਰਹੀ ਤੁਸੀਂ ਪੂਰੀ ਦੁਨੀਆ ਦੇ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਭਾਈ ਤਕਰੀਬਨ ਦੇਖੋ ਜਿਹੜੇ
ਖਾਸ ਤੌਰ ਤੇ ਜਿਹੜੇ ਯੂਰਪ ਦੀਆਂ ਦਰਸ਼ਕ ਆ ਅਕਾਲ ਚੈਨਲ ਦੇ, ਉਹਨਾਂ ਨੂੰ ਵੀ ਜ਼ਰੂਰ ਆਪਣੇ ਥਾਂ ਤੇ ਜਿਹੜੇ ਮੁਲਕ ਵਿੱਚ ਬੈਠੇ ਆ ਇਹ ਗੱਲ ਕਰਨੀ ਚਾਹੀਦੀ। ਜਿੱਦਾਂ ਯੂਰਪ ਵਿੱਚ ਆਪਾਂ ਯੂਰਪੀਅਨ ਪਾਰਲੀਮੈਂਟ ਵਿੱਚ ਵੀ 11 ਦਸੰਬਰ ਨੂੰ ਉੱਥੇ ਪ੍ਰੋਗਰਾਮ ਕਰਨਾ, ਖਾਸ ਤੌਰ ਤੇ ਜਿਹੜੇ ਸਿੱਖ ਯੂਰਪ 'ਚ ਬੈਠੇ ਆ ਉਹਨਾਂ ਨੂੰ ਜ਼ਰੂਰ ਉਸ ਪ੍ਰੋਗਰਾਮ ਤੇ ਪਹੁੰਚਣਾ ਚਾਹੀਦਾ ਵੀ ਜਿਹੜੇ ਪੋਲੀਟੀਸ਼ੀਅਨ ਯੂਰਪ ਵਿੱਚ ਬੈਠੇ ਆ ਉਹਨਾਂ ਨੂੰ ਵੀ ਆਪਾਂ ਦੱਸੀਏ ਵੀ ਅਸਲੀ ਇਹ ਸਾਡੇ ਨਾਲ 30 ਸਾਲ ਪਹਿਲਾਂ ਹੋਇਆ ਸੀ ਤਾਂ ਹਜੇ ਤੱਕ ਸਾਨੂੰ ਜਸਟਿਸ ਨਹੀਂ ਮਿਲਿਆ। ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaheguru Ji Ka Khalsa, Vaheguru Ji Ki Fateh Sangat Ji. I'm with, as you can see, a Singh. And I have to say, I feel very proud to be standing next to a Singh, holding a Qurban with his dastar. It's a brilliant message. And this Singh has already done a interview in Punjabi. He has no problem with Punjabi, but I wanted to do one in English. And I wanted to ask you, you're here. Was this a decision of your regiment? I mean, which regiment are you from? Well, we're all part of the 1914 Sikh regiment and that, did that. So, yes, and obviously it was a collective decision and that. Yes. I think obviously as Sikhs and that, it could be World War One, Yes. 1914, it could be World War Two, it could be any war, it could be 1984 and that. Sikhs have always fought and obviously died for just causes and that, and for justice and that. So I think it is important that we do make a presence here. Yes. I mean, I think that's really a good thing, that because, you know, when we see Sikhs and we see the history which you're keeping alive of Sikhs fighting in 1914 against tyranny, against fascists, you know, against genocides as it were then, against ethnical cleansing. They were fighting then, and in 1945 Hitler was at it again. It was about wiping out people, creating a super race as it were. 1984 was about that. So what you're saying is there's no hypocrisy in you. You're going to stand up for injustice and humanity. Doesn't matter what guise it's under, who's fighting who. You all see as one. It's just humanity. Yep, that's correct. If you look back at history and that, Yes. all the way from Guru Nanak Dev Ji, Guru Arjan Dev Ji to apne Guru Gobind Singh Ji and that, you know, for everything from Aurangzeb to Jahangir and that, you know, Sikhs, our enemy is not any religion. Yes. It's not a nation. It's not a certain caste or colour or creed and that. Our fight has always been against injustice and that. If you look at Guru Gobind Singh Ji, obviously fought against the Mughals and that, fought against Aurangzeb and that. But then obviously we had ties with Aurangzeb's son and that, did that. Yes. Because again, and this is what I obviously explained to everybody and that, our fight is against anyaya. It's against injustice and that. And obviously as Sikhs in our blood and that, it's from day one it has been that we will always fight against injustice and that. Brilliant. Sar Sangat Ji, I have to say, as you can see, this young Singh understands all about his history. And what a catch for the regiment to have a person with this sort of thought process. You can see why they took him on, why they accepted him, because of his belief system, because of how he interviewed. And what did he have? He had Gurmat, he had the Guru's understanding, which is universal. Brilliant. I have to say, it's been an absolute pleasure interviewing you, and lovely to stand next to you. Thank you, Virginia. Vaheguru Ji Ka Khalsa, Vaheguru Ji Ki Fateh। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਬੱਚੀ ਵੀ ਇੱਥੇ ਆਇਆ ਤੇ ਮੈਂ ਇਹਨੂੰ ਪੁੱਛਣਾ ਇਹ ਕਿਉਂ ਇੱਥੇ ਆ। So can I ask you, why are you here? I mean, you're so young. 84 was even before you was born. So why are you here? Well, it's a big year this year because 30 years, and it's even more significant finding out that we're British and the British were even involved in the 1984 Sikh genocide, Operation Blue Star, which led to the Sikh genocide. So it's been 30 years. We've got no accountability of those who caused the Sikh genocide. There's been no justice. Justice has been denied, and we're the next generation, and we're just not going to be sitting back and just like letting things take their course. We want justice, and we're going to still continue to fight for it. So that is brilliant, because somebody said this 30 years is important because we want the next generation. 30 years is after a generation has passed. We want the next generation to carry the flame. And here we have someone, a young girl, who's prepared to carry that flag. That's brilliant, you know. But so, what would you say to people your age if they're thinking, well, I don't really want to get involved, why should I? What if they call themselves Sikh? Do you think they should be involved? Yeah, I think they should be involved. But I think before we even get into that, I think we should just literally just like look at the facts, learn the history, and make people like make their own judgments about what happened. Because if we just look at the bare facts of what happened in 1984, people were like little kids being watching their fathers being taken away, beaten up. Just facts like that. Like we should be like, we can't just sit back. We need
We need to look at the facts, and we need to understand that this is a big deal. This is a big deal for Sikhs. It was our brothers and sisters who were hurt, who are still being hurt. There's mothers out there who still got no family there. They've got nobody, and we have to stand up for them. We're their voice at the moment. Yes. Satsangji, there we have it. It's just the facts, you know. It's all about compassion. And that is an amazing thing to say, because we talk about the Chota Kallukara, the big Kallukara. This is the third Kallukara, and actually more people were killed through 1984 and after than what we call the first and the second Kallukara. So what this Bachir just said is absolutely true, and I have nothing for admiration for youngsters like this who show such maturity, such compassion at such a young age, and I really think people like this are the ones to look out for the future, and I hope they rise to the top of our Qawm, because this is the sort of leaders we need. So Vaheguru Ji Ka Khalsa, Vaheguru Ji Ki Fateh.